KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:32 ਹੋਏ ਨੇ। 6 ਅਪ੍ਰੈਲ ਦਾ ਦਿਨ ਹੈ, ਵਰਾ 2021 ਦਾ, ਮੰਗਲਵਾਰ ਹੈ। 24 ਚੇਤ ਨਾਨਕ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੀ ਲੋਕ ਸਭਾ ਦੇ ਵਿੱਚ ਕੁਝ ਖਬਰਾਂ ਪਹਿਲੇ ਘੰਟੇ 'ਚ, ਉਸ ਤੋਂ ਬਾਅਦ ਮੰਗਲਵਾਰ ਨੂੰ ਆਪਣੇ ਇਤਿਹਾਸ ਦੀ ਕੜੀ ਹੁੰਦੀ ਹੈ। ਗੁਰੂ ਨਾਨਕ ਪਾਤਸ਼ਾਹ ਹੋਰਾਂ ਦਾ ਇਤਿਹਾਸ ਆਪਾਂ ਸੰਪੂਰਨ ਕੀਤਾ। ਦੁਨੀਆ ਦੇ ਲੇਖਕ ਵਿਦਵਾਨ ਸਾਹਿਬ ਬਾਰੇ ਕੀ ਲਿਖਦੇ ਆ ਉਹ ਗੱਲ ਕਰਕੇ ਫਿਰ 20 ਮਿੰਟ ਤੁਸੀਂ ਪਲੀਜ਼ ਇਸ ਦੇ ਬਾਰੇ ਸ਼ਾਮਲ ਹੋਣਾ ਤੇ ਦੱਸਣਾ ਵੀ ਇਹ ਸੈਗਮੈਂਟ ਠੀਕ ਹੈ। ਅਗਲੇ ਆਪਾਂ ਨੌ ਪਾਤਸ਼ਾਹਾਂ ਦੀ ਗੱਲਬਾਤ ਹਰ ਹਫ਼ਤੇ ਇਸ ਤਰ੍ਹਾਂ ਕਰੀਏ ਜਾਂ ਤੁਸੀਂ ਕਿਸ ਤਰ੍ਹਾਂ ਚਾਹੁੰਦੇ ਹੋ ਇਸ ਨੂੰ। ਮੈਂ ਪਹਿਲਾਂ ਹੀ ਤੁਹਾਡੇ ਤੱਕ ਪੰਜਾਬ ਦਾ ਇਤਿਹਾਸ ਤੇ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸ ਸੁਣਾਇਆ। ਮੇਰਾ ਨਿੱਜੀ ਮਨ ਇਹ ਹੈ ਵੀ ਗੁਰੂ ਪਾਤਸ਼ਾਹ ਪਹਿਲੇ ਤੇ 10ਵੇਂ ਪਾਤਸ਼ਾਹ ਤੋਂ ਬਿਨਾਂ ਜਿਹੜੇ 8 ਪਾਤਸ਼ਾਹ ਨੇ, ਉਹਨਾਂ ਦੇ ਜੀਵਨ ਕਾਲ, ਮਨੁੱਖਾ ਜੀਵਨ ਦੇ ਸਮੇਂ ਉਹਨਾਂ ਨੇ ਬਹੁਤ ਕੁਝ ਕੀਤਾ ਜਿਹਦੇ ਬਾਰੇ ਸਾਨੂੰ ਪਤਾ ਨਹੀਂ, ਤੇ ਇਹਦੇ ਬਾਰੇ ਆਪਾਂ ਅੱਗੇ ਚੱਲੀਏ ਤੇ ਜਾਂ ਕਿਵੇਂ ਜਾਂ ਕੁਛ ਇਹਨੂੰ ਕਰੈਕਟ ਕਰਨਾ ਹੈ ਜਾਂ ਸਾਰੇ ਸਿਆਣੇ ਨੇ, ਸੁਣਨ ਵਾਲੇ ਬਹੁਤ ਸੂਝਵਾਨ ਨੇ, ਦੱਸਿਓ ਵੀ ਕਿਵੇਂ ਲੱਗ ਰਹੀ ਹੈ। 20 ਮਿੰਟ 25 ਮਿੰਟ ਗੱਲ ਕਰਕੇ 12:35 ਮਿੰਟ ਤੇ ਤੁਸੀਂ ਸ਼ਾਮਲ ਹੋਏ। 1844 247 1550 184424715550 ਔਨ 에ਅਰ ਨੰਬਰ 1844 247 1550 184424715550 ਤੇ 604 729 1224 604729 1224 WhatsApp ਤੇ ਟੈਕਸਟ ਲਈ ਤੁਹਾਡੇ ਲਈ ਨੰਬਰ ਹੈ। कोयल जैसा बोल ते हंस जैसी तोर है नहीं, कोयल जैसा बोल ते हंस जैसी तोर है नहीं, जहर जैसा कौड़ ते शहद जैसा मिठा ना, जर्मनी दी तोप ते सफाई ने फ्रांस जैसी, रूम दे जवान जिहा जवान कोई डिठा ना, थली जैसा बैल ते इराकी ना ईरान जैसा, वांगर दी मझ जैसा किसे भी मैं दा पिठा ना, रजवली जैसा ना अकलहीन शायर कोई, वारिस शाह दी हीर दे समान कोई चिट्ठा ना, खुशी ना बरात जिन्नी, बरकत जमात जिन्नी, तंगी हवालात जिन्नी, डर है ना डैन जिहा, फौज जैसा ठाठ राजा डिठा ना बराट जैसा, दुल्ले जैसा राठ और वैद ना सुखैन जिहा, चंगा दिन ईद जैसा, फकर फरीद जैसा, पापी ना यजीद जैसा, साबर हुसैन जिहा, पैरस या शहर लहर अपने वतन जैसी, पैरस जैसा शहर लहर अपने वतन जैसी, सौकन जिहा बैर ते उड़ीकना ना पैन जिहा, मिठी शह गर्ज जैसी, बुरी शह कर्ज जैसी, झलना हर्ज ते मरज दिक ताप जिहा, घोड़ा ना बराक जैसा, सदमा तलाक जैसा, दुख ना फराक जैसा, सुख ना मलाप जिहा, भारा कद फील जैसा, सखी ना खलील जैसा, ना दलीद भल जैसा, माड़ा कम पाप जिहा, पहलवान गामे जैसा, पर्दा पजामे जैसा, बाबू साक मामे जैसा, प्यार माई बाप जिहा, बाबू साक मामे जैसा, प्यार पाई बाप जिहा। बाबू रजवली जी लिखते हैं ਧੰਨਵਾਦ ਜੀ ਸਾਰਿਆਂ ਦਾ। ਲੋਕ ਸੱਥ ਨੂੰ ਸਪਾਂਸਰ ਕਰਨ ਦੇ ਲਈ ਕੋਈ ਤੁਸੀਂ ਆਪਣੀ ਬਿਜ਼ਨਸ ਦੀ ਵਾਧਾ ਕਰਨਾ ਹੈ, ਇਸ ਸ਼ੋਅ ਦੇ ਵਿੱਚ ਗੱਲਬਾਤ ਕਰਨ ਲਈ 604 729 1224 ਮੈਨੂੰ ਤੁਸੀਂ ਮੈਸੇਜ ਭੇਜ ਸਕਦੇ ਹੋ। ਦੂਸਰੇ ਸ਼ੋਅ ਲਈ ਵੀ ਕੋਈ ਵੀ ਐਡਵਰਟਾਈਜ਼ ਤੁਸੀਂ ਕਰਨੀ ਹੈ, ਬਿਜ਼ਨਸ ਸ਼ੁਰੂ ਕਰ ਰਹੇ ਨਵਾਂ, ਕੋਈ ਨਵੇਂ ਵਾਲਿਆਂ ਨੂੰ ਵੱਧ ਮੈਂ ਬੇਨਤੀ ਕਰਦਾ ਤਾਂ ਸ਼ੁਰੂ ਕਰਦੇ ਹੋ 3 ਕੁ ਮਹੀਨੇ ਦਾ ਸਮਾਂ ਲੈ ਕੇ ਐਡਵਰਟਾਈਜ਼ਮੈਂਟ ਜ਼ਰੂਰ ਕਰੋ ਤੇ ਆਪਣੇ ਬਿਜ਼ਨਸ ਦੀ ਪਲਾਨ ਦੇ ਵਿੱਚ ਜੇ $2 ਲੱਖ ਲਾਇਆ ਤਾਂ $10-20 ਹਜ਼ਾਰ ਹੋਰ ਐਡ ਕਰੋ ਤੇ ਤੁਹਾਡੇ ਬਿਜ਼ਨਸ ਦਾ ਪਤਾ ਲੱਗਿਆ ਫਿਰ ਵਪਾਰ ਦਾ ਕੀ ਹੈ। ਬਿਲਕੁਲ ਨਵੇਂ ਜਿਹੜੇ ਸ਼ੁਰੂ ਕਰਦੇ ਆ ਉਹਨਾਂ ਨੂੰ ਬੇਨਤੀ ਹੈ ਬਈ ਇੱਕ ਵਾਰ 3 ਕੁ ਮਹੀਨੇ ਦਾ ਸਮਾਂ ਲੈ ਕੇ ਵੇਖਿਓ, ਫਿਰ ਵੇਖਿਓ ਬਈ ਕਿਵੇਂ ਚੱਲਦੀ ਹੈ ਕਹਾਣੀ। ਤੋ 604 729 1224 ਇਹ ਜਿਹੜੇ ਸਟੇਸ਼ਨ ਨੇ ਇਹ ਤੁਹਾਡੇ ਮਦਦ ਨਾਲ ਹੀ ਚੱਲਦੇ ਆ ਤੇ ਮਦਦ ਵੀ ਇਹ ਹੋਣੀ ਹੈ ਬਈ ਇਸ ਪੈਸਿਆਂ ਖਾਤਰ ਬਿਲਕੁਲ ਹੀ ਅਸੀਂ ਭਿੱਜ ਜਾਣਾ। ਜਿਹੜੀ ਅਸਲ ਐਡਵਰਟਾਈਜ਼ਮੈਂਟ ਕੋਈ ਚੰਗੀ ਹੋਵੇ ਉਹੀ ਕਰਨੀ। ਇਹ ਇਸ ਅਦਾਰੇ ਦਾ ਪਹਿਲੇ ਦਿਨੋਂ ਹੀ ਇਹ ਅਸੂਲ ਰਿਹਾ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਦ ਵੀ ਤੁਸੀਂ ਕੋਈ ਐਡਵਰਟਾਈਜ਼ਮੈਂਟ ਕਰਨੀ ਹੈ ਤਾਂ 604 729 1224 ਇਸ ਸ਼ੋਅ ਦੇ ਵਿੱਚ, ਦੂਸਰੇ ਸ਼ੋਅ ਦੇ ਵਿੱਚ ਵੀ
*6047291224 WhatsApp ਤੇ text ਕਰਨਾ ਨੰਬਰ। ਸਰਕਾਰਾਂ ਦੇ ਵਿੱਚ ਖਾਸ ਤੌਰ ਤੇ ਅਮਰੀਕਾ ਦੇ ਵਿੱਚ ਜਦ ਰਾਸ਼ਟਰਪਤੀ ਓਵਲ ਆਫਿਸ ਦੇ ਵਿੱਚ ਵਾਈਟ ਹਾਊਸ ਦੇ ਵਿੱਚ ਜਿੱਥੇ ਘਰ ਦੇ ਵਿੱਚ ਕੋਈ ਰੂਹ ਚੰਗੀ ਆਉਂਦੀ ਹੈ ਤਾਂ ਦੁਨੀਆ ਕਿਵੇਂ ਸਿੱਧੀ ਹੁੰਦੀ। ਬਹੁਤ ਵਾਰ ਇਹ ਗੱਲ ਚੱਲਦੀ ਹੈ ਵੀ ਰੁਤਬੇ ਤੇ ਬੈਠ ਕੇ ਅਸੀਂ ਵਿਅਕਤੀਤਵ, ਆਪਣੀ ਜ਼ਿੰਦਗੀ, ਆਪਣਾ ਧਰਮ, ਆਪਣੀਆਂ ਕਦਰਾਂ ਕੀਮਤਾਂ ਪਰਾਂ ਰੱਖ ਸਕਦੇ। ਗੱਲ ਬੜੀ ਚੱਲਦੀ ਹੈ ਪ੍ਰੋਫੈਸ਼ਨਲਿਜ਼ਮ 'ਚ, ਪ੍ਰੋਫੈਸ਼ਨਲ ਜੀ ਐ ਨਹੀਂ ਕਰਦੇ, ਪ੍ਰੋਫੈਸ਼ਨਲ ਆ ਨਹੀਂ ਕਰਦੇ। ਐਥਿਕਸ ਦੀ ਬੜੀ ਗੱਲ, ਖਾਸ ਤੌਰ ਤੇ ਮੀਡੀਆ 'ਚ ਸਾਡੇ ਨਾ ਕਈ ਐਥਿਕਸ ਬਹੁਤ ਦੱਸਦੇ ਆ। ਐਥਿਕਸ ਹੋਣੇ ਚਾਹੀਦੇ ਨੇ ਮੀਡੀਆ 'ਚ। ਕਹਿਣੇ ਬੜੇ ਸੌਖੇ ਨੇ, ਸ਼ੀਸ਼ੇ 'ਚ ਝਾਕ ਕੇ ਕਈ ਵਾਰ ਐਥਿਕਸ ਕਹਿ ਕੇ ਵੇਖਿਓ, ਫਿਰ ਪਤਾ ਲੱਗੂ ਐਥਿਕਸ ਹੁੰਦੇ ਕੀ। ਤੇ ਉਸ ਵਾਈਟ ਹਾਊਸ ਦੇ ਵਿੱਚ ਔਰ ਹੈ ਨਹੀਂ, ਅੱਜ ਦੀ ਦੁਨੀਆ ਦੇ ਵਿੱਚ ਇਹ ਇਨਸਾਨ ਆਪਣੇ ਨੂੰ ਸਭ ਪਾਸੇ ਵੰਡੀ ਬੈਠਾ ਹੈ। ਉਹ ਟੱਬਰ 'ਚ ਵੀ ਉਹਦੀ ਕੌਮ ਕੀ ਹੈ, ਉਹਦਾ ਧਰਮ ਕੀ ਹੈ, ਉਹਦਾ ਵਿਚਾਰ ਕੀ ਹੈ, ਉਹਨੂੰ ਲੁਕੋ ਸਕਦਾ ਫॉर ਦਾ ਟਾਈਮ ਵੀ। ਕਈਆਂ ਕੋਲ ਬੜਾ ਬੜਾ ਮਾਰਕ ਹੈ ਕਿ ਉਹ ਲੁਕੋ ਜਾਂਦੇ ਨੇ ਅੰਦਰ, ਗੱਲ ਵੀ ਕਰ ਜਾਣੀ ਹੈ ਉਹਨੇ, ਕਰਵਾ ਜਾਂਦੇ ਨੇ। ਅਸਲ ਉਹ ਕਰਦੇ ਨਹੀਂ, ਕਰਵਾ ਦਿੰਦੇ ਨੇ ਗੱਲ। ਉਹਨਾਂ ਨੇ ਗੱਭਿਓ ਤੋਰਨੀ ਹੈ ਬਸ, ਬਈ ਆਪੇ ਆ ਜਾਣ, ਆਪੇ ਹੀ ਕਹਿਣ। ਆਪ ਜੇ ਕੱਲ ਨੂੰ ਕੋਈ ਸਾਨੂੰ ਕਹੂਗਾ ਨਾ ਮੈਂ ਤਾਂ ਗੱਲ ਹੀ ਨਹੀਂ ਕੀਤੀ, ਲੋਕਾਂ ਨੇ ਕੀਤੀ ਯਾਰ। ਇਹ ਬਹੁਤ ਵਾਰ ਖਾਸ ਤੌਰ ਤੇ ਸਾਡਾ ਭਾਈਚਾਰਾ, ਸਾਡਾ ਮੀਡੀਆ ਬੜਾ ਕਹਿੰਦਾ ਆਪ ਨਾ ਖੜੇ, ਲੋਕਾਂ ਤੋਂ ਖਾਓ। ਅਸੀਂ ਤਾਂ ਗੁੜ ਸਿੱਟਣਾ ਤੁਹਾਡੇ ਗੱਭੇ, ਤੁਸੀਂ ਲੜੋ, ਕਹਿੰਦੇ ਹੁੰਦੇ ਨੇ ਕਈ ਓਪਨਲੀ। ਸਾਡਾ ਕੰਮ ਹੈ ਤੁਹਾਨੂੰ ਲੜਾਉਣਾ, ਤੁਸੀਂ ਲੜੋ, ਫਿਰ ਅਸੀਂ ਬੈਠਾਂਗੇ। ਇਹ ਨਹੀਂ ਗੱਲ ਹੈ। ਗੱਲ ਇਹ ਹੈ ਵੀ ਢਿੱਡ ਖੋਲ ਕੇ ਦਿਲ ਦੀ ਗੱਲ ਕੀਤੀ ਜਾਵੇ ਬਾਹਰ, ਫੇਰ ਸਵਾਦ ਹੈ। ਇਹ ਆਹ ਗੱਲ ਹੈ, ਇਸ ਤਰ੍ਹਾਂ ਮੈਂ ਸੋਚਦਾ। ਹੁਣ ਤੁਸੀਂ ਦੱਸੋ ਕਿਵੇਂ ਸੋਚ, ਜਾਂ ਇਹ ਨਾ ਕੀਤਾ ਜਾਵੇ ਕਿ ਮੈਂ ਜਿਹੜਾ ਸੋਚਦਾ ਤੁਹਾਡੇ ਚੋਂ ਲੱਭਣਾ, ਮੈਂ ਕਹਿ ਦੇਣਾ ਕਿ ਤੁਸੀਂ ਸੋਚੀ ਚੱਲੋ ਤੇ ਬਸ ਠੀਕ। ਜਿਹਨੂੰ ਐਥਿਕਸ ਦੇ ਵਿੱਚ ਮੀਡੀਆ ਜੇ ਇਹ ਸਭ ਸਰਹੰਦ ਵਾਲੇ ਨਾਂ ਨੇ, ਯਾਰੀਆਂ ਜਿਹੜੀਆਂ ਅੰਦਰ ਪਾਸੇ ਪਈਆਂ ਹੁੰਦੀਆਂ ਨਾ ਬੈਠ ਕੇ, ਉਹ ਤਾਂ ਨਿਭ ਜਾਂਦੀਆਂ ਨੇ, ਉਹ ਦਿਖ ਜਾਂਦੀਆਂ ਨੇ। ਜਦ ਹਰ ਰੋਜ਼ ਡੱਫ ਖੜਕਾਉਣੀ ਹੈ ਸਵੇਰ ਤੋਂ ਲੈ ਕੇ ਆਥਣ ਤੱਕ, ਉਈਆਂ ਦੂਰੇ ਹੋਏ ਪੈਣਾ ਤੇ ਚਿੱਟਾ ਤੌਲੀਆ ਮੋਢੇ ਤੇ ਹੱਥ 'ਚ ਡੋਲੂ ਆ ਪਾਣੀ ਵਾਲਾ ਛਿੜਕਾ ਕਰਨਾ। ਤੇ ਇਹ ਜਿਹੜੀ ਇਸ ਵਾਈਟ ਹਾਊਸ ਜਾਂ ਰੂਹ ਆਉਂਦੀ ਹੈ, ਬੰਦਾ ਕੋਈ ਬਹਿੰਦਾ ਸੋਲ ਆਉਂਦੀ ਹੈ, ਚੰਗੀ ਸੋਲ ਆ ਜਿਹੜੀ, ਉਹਨੇ ਬਾਹਰ ਠੰਡਾ ਤ੍ਰਿਪਕ ਦੇਣਾ। ਇਹ ਦੇਖ ਲਾ ਵੀ ਪਿਛਲੇ 4 ਸਾਲ ਸਾਰਾ ਦੁਨੀਆ ਦਾ ਮੀਡੀਆ ਵਾਈਟ ਹਾਊਸ ਵੱਲ ਨੂੰ ਝਾਕੀ ਜਾਂਦਾ, ਬਾਹਰ ਕੈਮਰੇ ਲਾਈ, ਅੰਦਰੋਂ ਨਿਕਲਣਾ ਕੋਟ ਪਾ ਕੇ, ਟਾਈ ਆ ਜਿਹੜੀ ਧੁੰਨੀ ਤੋਂ ਥੱਲੇ ਤੱਕ, ਕਹਿੰਦਾ ਹੀ ਲੰਘ ਜਾਂਦਾ ਲੌਂਗੋ ਵਾਲੀਏ ਸਾਹ ਤੱਕ। ਉਹ ਕਹਿੰਦਾ ਖੜ ਜਾ ਮਾੜਾ, ਯੂ ਆਰ ਟੂ ਗੁੱਡ, ਯੈਸ 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 ਟੂ ਯੂ ਟੂ ਯੂ ਟੂ, ਐਂ ਕਰਦਾ ਕਰਦਾ ਤੇ ਗੂਠਾ ਖੜਾ ਕਰਕੇ ਸਿੱਧੇ ਜਈਆ ਯੱਕੇ 'ਚ। ਹੈਲੀਕਾਪਟਰ ਦਾ ਤਾਂ ਯੱਕਾ ਹੀ ਬਣਾਇਆ ਹੈ, ਚੱਕ ਬਈ ਲਾ ਵੀ ਚੱਲ ਕੇ ਨਾ ਫਲੋਰੀਡਾ ਨੂੰ। ਆਪਣਾ ਵੀ ਜਹਾਜ਼ ਖੜਾ, ਕਮੀ ਹੈ ਨਹੀਂ ਸੀ ਕੋਈ, ਤੇ ਮੰਨਿਓ ਨਹੀਂ ਕਿਸੇ। ਈਰਾਨ, ਜੌਨ ਬੋਲਟਨ ਤੇ ਦੋਨਾਂ ਨੇ ਰਲ ਕੇ ਨਾ ਈਰਾਨ ਨੂੰ ਛੰਡਣਾ, ਪਰ ਈਰਾਨ ਦੀ ਯਾਰੀ ਚੀਨ ਵੱਲ ਵਧੀ ਹੋਈ ਤੇ ਨਾਲ ਰਸ਼ੀਆ ਵੱਲ ਵਧੀ ਹੋਈ, ਉਹਦੇ ਕਰਕੇ ਕੰਨ ਭੰਨਦਾ ਰਿਹਾ। ਇੱਕ ਈਰਾਨ ਦਾ ਗੱਲ, ਇਹ ਗੱਲ ਵੱਡੀ ਇਹ ਹੋ ਗਈ, ਸੀਰੀਆ ਦੇ ਵਿੱਚ ਜਿਹੜਾ ਜ਼ੋਰ ਫੜ ਗਿਆ ਰੂਸ ਆ। ਨਹੀਂ ਤਾਂ ਜਾਂਦੇ ਜਾਂਦੇ ਨੇ ਪੋਂਪੀਓ ਨੇ ਪਿਛਲੇ 3 ਮਹੀਨੇ ਇੰਨੇ ਜ਼ੋਰ ਨਾਲ ਲਾਏ ਨੇ ਵੀ ਈਰਾਨ ਛੰਡਣਾ, ਬਸ ਈਰਾਨ ਠੋਕਣਾ। ਹੁਣ ਉਹੀ ਰਾਸ਼ਟਰਪਤੀ, ਉਹੀ ਦੇਸ਼, ਇਹ ਹੁਣ ਈਰਾਨ ਦੇ ਨਾਲ ਨਿਊਕਲੀਅਰ ਡੀਲ ਜਿਹੜੀ 2015 ਚ ਓਬਾਮਾ ਨੇ ਕੀਤੀ ਸੀ, ਹੁਣ ਉਹ ਸਿਰੇ ਲੱਗਣੀ ਆ। ਤੁਸੀਂ ਇਹ ਵੇਖਿਓ ਕੀ ਹੋਣਾ, ਔਰ ਲੱਗਣੀ ਵੀ ਚਾਹੀਦੀ ਹੈ। ਤੁਸੀਂ 10-10 ਹਜ਼ਾਰ ਨਿਊਕਲੀਅਰ ਜਿਹੜੇ ਵਾਰ ਹੈਡ ਬਣਾਈ ਬੈਠੇ ਹੋ, ਤੇ ਉਹ ਜੇ ਨਿਊਕਲੀਅਰ ਪਾਵਰ ਦੇ ਨਾਲ ਕੋਈ ਆਪਣੀ ਜਿਹੜਾ ਕੋਈ ਉਹ ਪਰਮਾਣੂ ਊਰਜਾ ਦੇ ਨਾਲ ਕੁਛ ਕਰਦਾ, ਤੇ ਉਹ ਵੀ ਉਹਦਾ ਪਸੰਦ ਨਹੀਂ ਹੈ, ਕਿਉਂਕਿ ਉਹ ਮਾੜਾ। ਤੁਹਾਡੇ ਕੋਲ ਸਾਰੀ ਦੁਨੀਆ ਨੂੰ ਸਰ ਕਰਨ ਦੀਆਂ ਇੰਟਰਕੌਂਟੀਨੈਂਟ ਬੈਲਿਸਟਿਕ ਮਿਸਾਈਲਸ ਨੇ, ਜਿਹੜੀਆਂ ਹਾਈਪਰਸੋਨਿਕ ਨੇ, ਚੀਨ ਵਰਗੀਆਂ, ਜਿਹੜੀਆਂ ਰਾਹ ਬਦਲ ਦਿੰਦੀਆਂ ਨੇ, ਪਤਾ ਹੀ ਨਹੀਂ ਲੱਗਦਾ। ਆਇਰਨ ਡੋਮ ਉਹਨਾਂ ਨੂੰ ਕੰਟਰੋਲ ਨਹੀਂ ਕਰ ਸਕਦੇ, ਇੰਨੇ ਲੋ ਐਲਟੀਟਿਊਡ ਤੇ ਜਾਂ ਹਾਈ ਐਲਟੀਟਿਊਡ ਤੇ ਜਾਂਦੀਆਂ ਨੇ ਕਿ ਉਹ ਲੱਭਣੀਆਂ ਹੀ ਨਹੀਂ ਕਾਹਦਾ, ਕਿ ਜਦ ਪਤਾ ਹੀ ਲੱਗਣਾ ਜਦ ਭਮੂਕਾ ਪੈਣਾ ਹੈ। ਈਰਾਨ ਦੇ ਨਾਲ ਹੁਣ ਦੁਬਾਰਾ ਗੱਲ ਸ਼ੁਰੂ ਹੋਈ ਹੈ, ਤੇ ਵੈਸਟਰਨ ਜਿਹੜੇ ਐਲਾਈਜ਼ ਨੇ ਉਹਨਾਂ ਨੇ ਵੀ ਆ ਜਾਣਾ ਬਿਲਕੁਲ ਨਾਲ ਹੀ।
तो यह ਜਿਹੜੀ सही पासे ਨੂੰ ਗੱਲ ਜਾਊਗੀ, ਜਾਣੀ ਵੀ ਚਾਹੀਦੀ ਹੈ, ਗਰੀਬ ਨੂੰ ਵੀ ਚਾਹੀਦਾ ਬਈ ਉਹ ਕੁਛ ਅਸਲ ਜਿਆਦਾ शाह ईरान ਦਾ ਤਖਤਾ ਪਲਟਿਆ ਖਮੈਨੀ ਨੇ, ਜਿਆਦਾ ਅਮਰੀਕਾ ਸੂਤ ਨਹੀਂ। ਜੇ ਪੁਰਾਣਾ ਕਿਸੇ ਦੇ ਯਾਦ ਹੋਵੇ, शाह ईरान ਦੇ ਸਮੇਂ ईरान यूरोप ਤੇ ਵੈਸਟਰਨ ਵਰਲਡ ਨੂੰ ਹੀ ਰਹਿਣ ਲੱਗ ਗਿਆ ਸੀ, ਸਾਰਾ ਕੁਝ ਚੱਕਦਾ ਸੀ। जब देखा धर्मां की कहानी, धर्म वाले ने देखा धर्म हथों खिस गया, उस समय फिर वो करड़े हो गए। कई बार साडे प्रचारक सदी के महान पुरख संत बाबा जरनैल सिंह जी खालसा पिंडां वालियां नूं खमैनी दे नाल तशबीह कई जान के करदे शरारत अखबार दे विच लिखण वाले अजीत खमैनी ते संतां दी कोई कहानी नहीं सी। युग पुरुष कोल तां कोई हिंदू आ गया, कोई मुसलमान आ गया, किसी ने दाद फरियाद करती, वो कहना जाओ सिंह को करके आओगा। इधर यही सी भी इस्लाम का परचम जद खुरासान तो जिहड़े ने चढ़ते रहे ते जाके ढाउंदे रहे, सोमनाथ के मंदिरां नूं उजाड़दे रहे, इज्जत बन के लियाउंदे रहे, गजनी के बाजारां दे विच आलूआं वांगू बेचते रहे। ये धर्म की गल होर है। किसी का धर्म बदलण दे लई जिहड़ा जहाद आ, क्रूसेड आ, जिहड़ा ਉਹਨੂੰ ਧਰਮੀ ਕਹਿਣਾ, ਉਹਨਾਂ ਦੀ ਕਿਤਾਬ 'ਚ ਧਰਮੀ ਹੋਊ, ਪਰ ਦੁਨੀਆ ਉਹਨੂੰ ਧਰਮੀ ਨਹੀਂ ਕਹਿ ਸਕਦੀ। ਕਿਸੇ ਦੇ ਧਰਮ ਨੂੰ ਉਸ ਤਰ੍ਹਾਂ ਹੀ ਰੱਖਣਾ, ਉਹਦੇ ਫੁੱਲਾਂ ਦੇ ਆਲੇ ਦੁਆਲੇ ਜਿਹੜੀ ਵਾੜ ਕਰ ਦੇਣੀ ਕਿ ਫੁੱਲ ਕੋਈ ਤੋੜ ਨਾ ਦੇਵੇ, ਉਹਨੂੰ ਧਰਮ ਕਹਿੰਦੇ ਨੇ। ਸਦੀ ਦੇ ਮਹਾਨ ਪੁਰਸ਼ ਦੇ ਨਾਲ ਖਮੈਨੀ ਦੀ ਗੱਲ ਕਰਨੀ ਇਹ ਨਹੀਂ ਕਹਾਣੀ ਹੈ। ਮੈਂ ਤਾਂ ਕਰਕੇ ਦਿਖਾਈ। ਜਲਾਲਾਬਾਦ ਬੋਲਦੇ ਜਦ ਆ ਕੇ ਪੰਡਤ ਨੇ ਕਿਹਾ, ਉਹ ਲੈ ਗਿਆ ਧੱਕੇ ਨਾਲ ਢਿੰਗੋ ਜੋਰੀ ਕੁੜੀ ਨੂੰ, ਮੇਰੇ ਨੂੰ ਸਮਾਂ ਦਿੱਤਾ 24 ਘੰਟੇ ਦਾ, ਤੇ ਨਾਲ ਕਿਹਾ SHO ਨੂੰ ਵੀ ਜੇ ਨਾ ਕੁੜੀ ਮਿਲੀ ਖਿਆਲ ਰੱਖ ਲਈ, ਫਿਰ ਬਣਨਾ ਕੀ। 10 ਘੰਟਿਆਂ 'ਚ ਲੱਭ ਲਈ ਸੀ। ਜਦ ਕਦੇ ਸੌੜੇ ਹਿੱਤਾਂ ਦੇ ਖਾਤਰ ਉਂਝ ਲਾਉਂਦੇ ਆ ਨਾ, ਹੱਥ ਕਰਦੇ ਆ ਬਈ ਉਹ ਕੱਟੜ ਸੀ, ਉਹ ਇਹ ਕਰਦਾ ਸੀ, ਉਹ ਕਰਦਾ ਸੀ, ਉਹ ਗੱਲਾਂ ਨਹੀਂ। ਜਾਂ ਤਾਂ ਸਿੱਧ ਕਰਨ ਵਾਲੀ ਗੱਲ ਹੋ, ਹਾਂ ਵੀ ਆਹ ਦੇਖ ਜੇ ਫਲਾਣਾ ਫੜ ਕੇ ਪੰਡਤ ਜਨੇਊ ਲਾਤਾ ਸੰਤ ਨੇ, फलाना जिहड़ा है ਉਹਦੀਆਂ ਲਵਾਂ ਮੁੰਨੀਆਂ ਹੋਈਆਂ ਸੀ, ਉਹਦੀ ਦਾੜੀ ਤੇ ਉਸ ਤਰ੍ਹਾਂ ਫੇਰ। ਇਹ ਆ ਕਹਾਣੀ। ਪਰ ਉਹ ਕਹਿਣ ਨਾਲ ਕੁਛ ਫਰਕ ਨਹੀਂ ਪੈਣਾ। ਦਿਨੋਂ ਦਿਨ ਜਿਹੜਾ ਉਹ ਤਾਂ ਗੁਲਜ਼ਾਰ ਵਾਂਗੂ ਨਾਰ ਚ ਕੌਮ ਦੇ ਖੂਨ ਦੇ ਵਿੱਚ, ਨਾੜਾਂ ਦੇ ਵਿੱਚ ਦੀ ਜਿੱਦ ਤੇ ਜਿਹਦੇ ਸੁਣ ਲਏ ਚਾਰ ਬੋਲ, ਉਹਨੂੰ ਪਤਾ ਲੱਗਣਾ ਮੈਂ ਗੱਲ ਕਿਹਦੀ ਕਰਦਾ ਤੇ ਕਿਵੇਂ ਕਹਾਣੀਆਂ ਕਿੱਧਰੋਂ ਬਦਲ ਦਿੰਦੀਆਂ ਨੇ। ਲਿਖੇ ਹੋਏ ਆਨੰਦਪੁਰ ਦੇ ਮਤੇ ਕੀ ਨੇ ਤੇ ਪਗਾਏ ਕਿਹਨੇ ਨੇ ਹਿੱਕ ਤੇ ਰੱਖ ਕੇ, ਉਹ ਯੁੱਗ ਪੁਰਸ਼ਾਂ ਦੀ ਕਹਾਣੀ ਹੁੰਦੀ ਆ। ਆਪਣੇ ਧਰਮ ਨੂੰ ਵਧਾਉਣਾ, ਆਪਣੇ ਧਰਮ ਦੀਆਂ ਗੱਲਾਂ ਕਰਨੀਆਂ, ਆਪਣੇ ਧਰਮ ਦੇ ਦੂਜੇ ਧਰਮਾਂ 'ਚ ਦਖਲਅੰਦਾਜ਼ੀ ਕਰਨੀ, ਕਿਤਾਬਾਂ ਬਦਲਣੀਆਂ, ਜੇ ਬਦਲੀਆਂ, ਇਹ ਬੰਦਿਆਂ ਦੇ ਥੋੜਾ ਕੰਮ ਨੇ। ਬੰਦਾ ਇਹ ਹੁੰਦਾ ਵੀ ਆਪਣੇ ਧਰਮ ਦਾ ਸਤਿਕਾਰ, ਆਪਣੇ ਧਰਮ ਦੀ ਰੱਖਿਆ, ਦੂਜੇ ਦਾ ਸਤਿਕਾਰ। ਇਸੇ ਤਹਿਤ ਇਹ ਸਟੈਚੂ ਸਟੂਚੂ ਜਿਹੜੇ ਬਣਾਉਂਦੇ ਫਿਰਦੇ ਨੇ, ਤੇ ਇਹਨਾਂ ਨਾਲ ਫਰਕ ਕੋਈ ਨਹੀਂ ਪੈਣਾ। ਕਰ ਲੈਣ ਜਿਹੜਾ ਕੁਛ ਕਰਦਾ। ਸਾਡੇ ਜਿਹੜੇ ਧਰਮ ਚੋਂ ਕੁਛ ਚੇਲੇ ਬਾਲ ਕੇ ਬਣਾਏ ਹੋਏ ਨੇ, ਉਹ ਵੀ ਉੱਥੇ ਚਾਂਦਨੀ ਚੌਂਕ ਦੇ ਸਾਹਮਣੇ ਖੜ ਕੇ ਫੂਲ ਜਲੂਲ ਬੋਲਦੇ ਹੀ ਰਹਿੰਦੇ ਆ, ਜਿਹਦੇ ਵਿੱਚੋਂ ਧਰਮ ਦੇ ਨਾਲ ਚੱਕਰ ਪਾ ਕੇ ਮੁਸਲਮਾਨ ਧਰਮ ਨੂੰ ਜਿਹੜਾ ਟਾਰਗੇਟ ਕਰਦੇ ਸੀ ਵੀ ਦੇਖੋ ਜੀ ਆਹ ਕੀਤਾ, ਔਰੰਗਜ਼ੇਬ ਨੇ ਉਹ ਕੀਤਾ, ਜੇ ਕੀਤਾ। ਇਹ ਗੱਲਾਂ ਨਹੀਂ ਹੁੰਦੀਆਂ, ਫਰਕ ਨਹੀਂ ਪੈਂਦਾ। ਫॉर द टाइम बीइंग ਜੇ ਕੁਛ ਲੱਗੇ ਕਿ ਨਾ ਵੀ ਕਰਤਾ, ਇਹ ਨਾ ਕਰਨ ਦਿਆ ਕਰੋ। ਜਦ ਕੋਈ ਤੁਹਾਨੂੰ ਕੱਟੜ ਬੰਦੇ ਦੀ ਗੱਲ ਜਦ ਕੋਈ ਸੰਤਾਂ ਦੇ ਨਾਲ ਕਰੇ, ਨਹੀਂ ਕਰਨ ਦੇਣੀ ਚਾਹੀਦੀ। ਜਿਹਨੂੰ ਪਕੜ ਹੈ ਗੱਲ ਤੇ ਉਸ ਨੂੰ ਤਸ਼ਵੀਹ ਦੇਣੀ ਚਾਹੀਦੀ। ਸੋ ਉਸੇ ਈਰਾਨ ਦੇ ਵਿੱਚ ਜਦ ਉਹਨਾਂ ਦੇਖਿਆ ਵੀ ਸਾਡਾ ਧਰਮ ਗਿਆ, ਫਿਰ ਉਹਨਾਂ ਨੇ ਰਾਜ ਪਲਟਾ ਦਿੱਤਾ। ਸਟਰੀਟ ਲੈਵਲ ਤੇ ਨੁੱਕੜ ਮੀਟਿੰਗਾਂ ਜਿਹੜੀਆਂ ਹੋਈਆਂ, ਉੱਥੋਂ ਫਿਰ ਰਾਜ ਪਲਟਾ ਸ਼ਾਹ ਈਰਾਨ ਦਾ ਦਿੱਤਾ ਉਹਨੇ। ਨਹੀਂ ਤਾਂ ਅਮਰੀਕਾ ਬਣਾਤਾ ਸੀ ਉੱਥੇ। ਸਨੱਖਪੁਣਾ ਬਹੁਤ ਆ ਉੱਥੇ। ਦੁਨੀਆ ਜਹਾਜ਼ ਉਤਰਨ ਲੱਗ ਗਈ ਸੀ, ਰੰਗ ਰਲੀਆਂ ਮੰਨਦੀਆਂ ਸੀ। ਕੱਲ ਆਈ ਆ ਫੋਟੋ ਇੱਕ ਦੁਬਈ ਦੇ ਵਿੱਚੋਂ, 11ਵੀਂ 12ਵੀਂ ਖਾਨੀ 30ਵੀਂ ਮੰਜ਼ਿਲ ਦੇ ਉੱਪਰ 15-18 ਲੜਕੀਆਂ ਸੀ। ਉਹਨਾਂ ਨੂੰ ਨਗਨ ਕਰਕੇ ਉਹ ਤੋਰੀ ਫਿਰੇ, ਤੇ ਨਾਲੋਂ ਕਿਸੇ ਨੇ ਬਣਾ ਲਈ ਮੂਵੀ, ਤੇ ਮੁੜ ਕੇ ਉਹ ਫੋਟੋਆਂ ਖਿੱਚਦਾ ਸੀ, ਪਿਕਚਰ ਖਿੱਚਦਾ ਸੀ, ਮਾਡਲ ਸੀ ਉਹ। ਉਹਨਾਂ ਦਾ ਧੰਦਾ ਹੈ ਉਹ ਕੰਮ, ਪੈਸੇ ਬਣਾਉਣ ਦਾ। ਪੁਲਿਸ ਨੇ ਦੁਬਈ ਨੇ ਕਰਕੇ ਟਾਰਗੇਟ ਉਹਨਾਂ ਨੂੰ ਫੜਿਆ। ਪਰ ਸੇਮ ਟੋਕਨ ਤੇ ਜਦ ਰਸ਼ੀਆ ਖਖੜੀਆਂ ਕਰੇਲੇ ਹੋਇਆ, ਦੁਨੀਆ ਨੂੰ ਵੰਡਣ ਵਾਲੇ ਬਰਾਬਰਤਾ ਦੀ ਗੱਲ ਤੇ ਲਾਲ ਝੰਡੇ ਵਾਲਿਆਂ ਦਾ ਜਦ ਦੇਸ਼ ਬਚਿਆ ਕੁਛ ਨਹੀਂ, ਚਿੱਬੜ ਬਣ ਗਿਆ, ਤਾਂ ਚਿੱਬੜ ਦੇ ਬੀਆਂ ਵਾਂਗੂ ਖਿੰਡ ਗਿਆ। ਉੱਥੋਂ ਅਗਲਿਆਂ ਨੇ ਗਰੀਬ ਦੇਸ਼ਾਂ ਤੋਂ ਚੱਕ ਕੇ 20,000
30,000 ਦੇ ਕਰੀਬ ਇਸਤਰੀਆਂ 91 92 ਦੇ ਵਿੱਚ ਪਾਰ ਦੁਬਈ ਬੁਰ ਦੁਬਈ ਦੇ ਵਿੱਚ 30 ਘੱਟੋ ਘੱਟ 40 ਹਾਈ ਰਾਈਜ਼ਸ ਦੇ ਵਿੱਚ ਬਿਠਾਤੀਆਂ ਲੈ ਕੇ ਤੇ ਚਿੱਟੇ ਕੰਦੂਰੇ ਵੇਖਿਓ ਤੇ ਜਾ ਕੇ ਨਮਾਜ਼ ਦੇ ਵੇਲੇ ਨੂੰ ਜਾਂਦਿਆਂ ਨੂੰ ਵੇਖਿਓ ਸ਼ਾਸਕਾਂ। ਤੇ ਇਹ ਜਿਹੜਾ ਦਿਖਣ ਦੀਆਂ ਗੱਲਾਂ ਇਹ ਹੋਰ ਨੇ, ਅਸਲ ਕਹਾਣੀ ਹੋਰ ਹੈ। ਸੋ ਈਰਾਨ ਦੇ ਵਿੱਚ ਹੁਣ ਈਰਾਨ ਦੇ ਨਾਲ ਦੁਬਾਰਾ ਗੱਲ ਜਿਹੜੀ ਸ਼ੁਰੂ ਹੋਈ ਹੈ ਵੈਸਟ ਦੀ, ਪਰਮਾਣੂ ਜਿਹੜਾ ਇਹ ਨਿਊਕਲੀਅਰ ਡੀਲ ਆ, ਜਿਹੜੀ ਪਰਮਾਣੂ ਸੰਧੀ ਆ, ਛੇਤੀ ਹੋਈ। ਖਬਰਾਂ ਕੁਝ ਸਾਂਝੀਆਂ ਕਰ ਲਵਾਂ। ਇੱਕ ਤਾਂ ਸਵੇਰੇ ਤੁਸੀਂ ਸੁਣੀ ਹੋਈ ਹੈ ਗੈਸ ਸਟੇਸ਼ਨ ਕਾਰਡ ਲੌਕ ਵਾਲੀ, ਜਿੱਥੇ ਕੜਮਛੂ ਬੋਲਿਆ 24 ਘੰਟੇ। ਸ਼ੁੱਕਰਵਾਰ 4 ਵਜੇ ਤੋਂ 1 ਨੰਬਰ ਪੰਪ ਫ੍ਰੀ ਹੋ ਗਿਆ। 24 ਘੰਟੇ ਜਿਹੜੇ ਆ ਉਹ ਪੂਰਾ ਲਾਈਨ ਚਲਾ ਕੇ ਵੀ ਚੱਲਦਾ ਜੱਗ ਤੇ ਚੌਲ ਲੈ ਆਈਏ ਘਰ ਨੂੰ, ਇੱਕ ਦੂਜੇ ਨੂੰ ਦੱਸ ਕੇ ਕਹਿੰਦਾ ਆਇਆ ਲੈ ਮਿੱਤਰਾ ਆਇਆ ਲੈ। ਕਈਆਂ ਨੇ ਤਾਂ ਜਿਵੇਂ ਦਰਾਹੇ ਨੂੰ ਢੋਲ ਲੱਦੀ ਦੇ ਢੋਲੇ ਲੱਦ ਲਏ ਵਿੱਚ, ਉਹ ਕਹਿੰਦਾ ਇਹ ਆਪਾਂ ਵੀ ਲੈ ਚੱਲੀ। ਕੰਪਨੀਆਂ ਦੇ ਨਾਂ ਸਭ ਕੁਛ ਉਹ ਲੱਭ ਲੈਣਾ ਉਹਨਾਂ ਨੇ, ਹੌਲੀ ਹੌਲੀ ਆ ਜਾਣਗੀਆਂ ਖਬਰਾਂ, ਦੱਸ ਦਿਆਂਗੇ ਖਬਰਾਂ ਫਿਰ ਨਾਂ ਦੇ ਨਾਲ ਜਿਨ੍ਹਾਂ ਦੇ ਨਾਂ ਆਏ। ਪਰ ਇਹਦਾ ਇੱਕ ਸੁਨੇਹਾ ਜਿਹੜਾ ਉਹ ਜਾਣਾ ਜ਼ਰੂਰ ਚਾਹੀਦਾ ਵੀ ਖੜੇ ਕਿੱਥੇ ਆ। ਮੈਂ ਕਈ ਵਾਰ ਆਪਾਂ ਤੇ ਦਾਨ ਦੀਆਂ ਤਸ਼ਵੀਹਾਂ ਦੇਣ ਲੱਗ ਜਾਂਦੇ ਵੀ ਅਸੀਂ ਆਹ ਕਰਦੇ ਹਾਂ, ਅਸੀਂ ਜਿਹੜਾ ਕੋਈ ਮਰਜ਼ੀ ਕਰਦੇ ਹੋਈਏ, ਇਹ ਉਹ ਗੱਲ ਅਲੱਗ ਹੈ, ਉਹ ਅਲੱਗ ਕਿਰਤ ਹੈ, ਉਹ ਅਸੀਂ ਕਰਨੀ ਹੈ। ਜਿੱਥੇ ਧਰਮ ਦੀ ਗੱਲ ਹੈ, ਅਸੀਂ ਚਾਹੇ ਲੰਗਰਾਂ ਦੀ ਗੱਲ ਕਰੀਏ, ਚਾਹੇ ਅਸੀਂ ਇਕੱਠਾਂ ਦੀ ਗੱਲ ਕਰੀਏ, ਉਹਦੇ ਨਾਲ ਕਈ ਵਾਰ ਅਸੀਂ ਨਾ ਰਲ ਗੱਲ ਕਰ ਦਿੰਦੇ ਹਾਂ। ਉਹ ਇੱਕ ਅਲੱਗ ਪ੍ਰੈਕਟਿਸ ਆ, ਅਸੀਂ ਕਰਨੀ ਹੈ। ਪਰ ਜਿੱਥੇ ਹੱਕ ਸੱਚ ਦੀ ਗੱਲ ਸਟਿੱਕਰ ਲਾ ਕੇ ਕਿਸਾਨਾਂ ਦੇ, ਤੇ ਉੱਥੇ ਆਪ ਜਿਹੜਾ ਕਰਤੱਵ ਕਰਦਾ ਹੈ ਉਹਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਵੀ ਮੈਂ ਕਰ ਕੀ ਰਿਹਾ। 2 ਘੜੀ ਇੱਕ ਵਾਰ ਡੂੰਘਾ ਸਾਹ ਲੈ ਕੇ ਕੁਛ ਵੀ ਗਲਤ ਕਰਨ ਲੱਗੇ, ਦੇਖੋ ਫਲ ਤਾਂ ਬਹੁਤ ਰਿਹਾ ਸਾਹਮਣੇ, ਤੁਹਾਡੇ ਫਲ ਰਿਹਾ ਤੇ ਫਲਿਆ ਹੋਇਆਂ ਦੀ ਤੁਸੀਂ ਗੱਲਾਂ ਵੀ ਕਰਦੇ ਹੋ। ਲੈ ਸਮਾਜਿਕ ਰਾਹ ਰਾਜਨੀਤਿਕ ਬੰਦਿਆਂ ਨੂੰ ਵੇਖਦੇ ਹੋ ਤੁਸੀਂ ਵੀ ਸਾਹ ਆਉਣਾ ਬੰਦ ਹੋਇਆ ਪਿਆ, ਪਰ ਭੱਜ ਨਹੀਂ ਹੋਣਾ ਕਿਤੇ। ਇਹ ਗੱਲ ਸੱਚ ਇਹ ਹੈ ਅਸਲ। ਕਈ ਵਾਰ ਬਹੁਤ ਹੁੰਦਾ ਆਪਾਂ ਸਾਡੇ ਸਮਾਜ ਦੇ ਵਿੱਚ ਇਹ ਵਡਿਆਉਣ ਦੀ ਵੀ ਗੱਲ ਵਧੇ, ਫਲਾਣਾ ਯਾਰ ਉਹਦੇ ਕਿਤੇ ਕੋਈ ਹੋ ਗਿਆ, ਉਹਨੇ ਆਹ ਕਰਤਾ, ਉਹਨੇ ਆਹ ਕਰਤਾ, ਉਹਨੇ ਆਹ ਕਰਤਾ, ਉਹਨੇ ਆਹ ਕਰਤਾ। ਹੁਣ ਕੰਨ ਫੀਮ ਫੜ ਹੋਈ ਆ, ਚੁੱਪ ਬੈਠੇ ਸਭ ਸੁਸਰੀਆਂ ਵਾਂਗੂ। ਕੌਣ ਹੋਊਗਾ, ਕਿਹਦਾ ਹੋਊਗਾ, ਜਿਹੜੇ ਬੰਦੇ ਹੋਣਗੇ ਬਚਾ ਨਾ ਲੈਣ, ਐਉਂ ਨਹੀਂ ਬਚਦੇ। ਇੱਥੇ ਜੇ ਤੁਸੀਂ ਕਹੋ ਕਿਸੇ ਦੇ ਵੇਅਰ ਹਾਊਸ ਚ ਉਤਰਿਆ, ਕਿਹਦੇ ਉਤਰਿਆ, ਕੌਣ ਲੈ ਕੇ ਆਇਆ, ਕਿਹਦੇ ਸਮਾਨ ਆਇਆ, ਕੌਣ ਹੈ, ਉਹ ਲੱਗ ਜੂ ਪਤਾ ਆਉਣ ਵਾਲੇ ਦਿਨਾਂ ਚ। ਤੇ ਪੰਜਾਬ 'ਚ ਜਾਂ ਫਤਿਹ ਖਬਰ ਲੈ ਕੇ ਕਹਿੰਦਾ ਵੀ ਸਿਰੇ ਹੀ ਆ ਤੁਹਾਡਾ ਤਾਂ ਕੰਮ ਮਿੱਤਰੋ, ਸਾਡੇ ਵੱਲ ਨੂੰ ਉਂਗਲਾਂ ਕਰਦੇ ਹੁੰਦੇ ਹੋ, ਆਹ ਕਰਤਾ, ਉੱਥੇ ਉੱਜੜ ਗਏ ਜੀ, ਉੱਥੇ ਰਹਿ ਗਏ ਜੀ। ਇਹ ਕਿਹੜਾ ਚਿੜੀਆਂ ਨੇ ਖਾਣੀ ਸੀ ਜਿਹੜੀ ਟਣ ਗਈ ਹੈ। ਸੋ ਇਹਦੇ ਤੇ ਕਿਉਂ ਹੀ ਜਦ ਤੁਹਾਡੇ ਸਾਹਮਣੇ ਕੋਈ ਫਲਦੀ ਹੁੰਦੀ ਹੈ ਚੀਜ਼ ਬਦੀ ਦੇ ਨਾਲ ਨਾ, ਬਾਹਰ ਘਰ-ਬਾਰ ਕਾਰਾਂ ਕੂਰਾਂ ਜਾਂ ਦੇਖ ਕੇ ਜਾਂ ਕੱਪੜਾ ਲੱਤਾ ਦੇਖ ਕੇ ਅਸੀਂ ਇੰਪ੍ਰੈਸ ਹੁੰਦੇ ਹਾਂ। 80% ਬੰਦਿਆਂ ਦਾ ਹਿਲਾ ਧੁੱਕੀ ਕੱਢੀ ਜਾਂਦਾ, ਕੀ ਇਹਨਾਂ ਨੂੰ ਕੌਣ ਫੜ ਲੂ। ਇਹ ਗੱਲਾਂ ਛੱਡ ਦਿਓ ਤੁਸੀਂ। ਇਸ ਖਲਾ ਨੂੰ ਤੀਬਰਤਾ ਕਿੰਨੀ ਨਾਲ ਜਾਣਾ, ਕਿੰਨੀ ਵਿੱਥ ਤੇ ਤੁਰਨਾ, ਇਹਨੂੰ ਬੰਨੀ ਬੈਠਾ ਕੋਈ, ਲੱਜਾਂ ਨਹੀਂ ਪਾਈਆਂ ਹੋਈਆਂ। ਘੁੰਮਦੇ ਕਿਵੇਂ ਆ, ਸਾਰਾ ਕੁਛ ਘੁੰਮਦਾ, ਧੁਰੇ ਆਲੇ ਦੁਆਲੇ ਵੀ ਘੁੰਮਦਾ, ਆਪਣੇ ਸੌਰ ਮੰਡਲ 'ਚ ਵੀ ਘੁੰਮਦਾ। ਸੌਰ ਮੰਡਲ ਗਾਂ ਆਕਾਸ਼ ਗੰਗਾ 'ਚ ਤੁਰਿਆ ਫਿਰਦਾ, ਆਕਾਸ਼ ਗੰਗਾ ਗਾਂ ਕਾਲੇ ਜਿਹੜਾ ਵੱਡਾ ਸਾਰਾ ਡੂੰਘਾ ਟੋਆ ਬਲੈਕ ਹੋਲ ਜਿਹਨੂੰ ਕਹਿੰਦੇ ਨੇ, ਉਹਦੇ ਵਿੱਚ ਖਤਮ ਹੁੰਦੀ ਜਾਂਦੀ ਆ। ਪਿਛਲੇ ਦਿਨੀ 4K ਪਿਕਚਰਸ ਆਈਆਂ ਨੇ ਮੰਗਲ ਦੀਆਂ, ਤੇ ਬਸ ਦੇਖ ਲਾ ਵਰਨੋਂ ਉੜਦੀ ਹੈ, ਰੇਤਾ ਉੜਦਾ, ਪੱਥਰ ਪਏ ਨੇ, ਇਉਂ ਲੱਗਦਾ ਹੈ ਜਿਵੇਂ ਕੋਈ ਵਸੋਂ ਹੋਏਗੀ ਵੀ ਤੇ ਹੋਵੇ ਵੀ ਸ਼ਾਇਦ। ਤਾਂ ਇਹਨਾਂ ਨੂੰ ਦੇਖ ਕੇ ਕਈ ਵਾਰ ਨਾ ਅਸੀਂ ਇਉਂ ਲੱਗਣ ਲੱਗਦਾ ਵੀ ਇਹਨਾਂ ਨੇ ਠੀਕ ਦੇ ਲਓ, ਇਹ ਸਾਰੇ ਇਕੱਠੇ ਨੇ, ਰਲ ਕੇ ਬਹਿ ਜਾਂਦੇ ਨੇ, ਇਹ ਪਾਰਟੀਆਂ ਵਾਲੇ ਇਕੱਠੇ ਨੇ, ਇੱਕ ਦੂਜੇ ਦੀ ਉਹਦੀ ਮਦਦ ਕਰਦਾ, ਉਹਦੀ ਸਭ ਕੁਝ ਇੱਥੇ ਰਹਿਣ ਦਾ ਕਹਾਣੀ ਇੱਥੇ ਹੀ ਨਿਬੜ ਜਾਣਾ। ਇਸ ਗੱਲ ਤੇ ਖੜਨਾ ਚਾਹੀਦਾ ਆ ਕੇ ਇਹ ਆਤਮਾ ਨੂੰ ਗਹਿਣੇ ਧਰ ਕੇ ਤਾਂ ਨਹੀਂ ਕੀਤਾ ਕੁਛ, ਕਿਤੇ 5, 10, 20 ਹਜ਼ਾਰ ਪਿੱਛੇ ਪਿੰਪ ਤਾਂ ਨਹੀਂ ਕਿਸੇ ਦੇ ਬਣੇ ਹੋਏ, ਕਿਤੇ ਆਉਣ ਵਾਲੇ ਸਮੇਂ ਦੇ ਵਿੱਚ 4 ਟਿਕਟਾਂ ਦੀਆਂ ਫੁੱਲੀਆਂ ਪਵਾ ਕੇ ਸਵੇਰ ਤੋਂ ਆਥਣ ਤੱਕ ਮਾਲਿਸ਼ ਤਾਂ ਨਹੀਂ ਤੇਲ ਦੀ ਕਰੀ ਜਾਂਦੇ। ਇੱਥੇ ਬਹੁਤ ਲੰਬੀ ਲਾਈਨ ਆ, 20-22 ਸਾਲ ਦੇ ਵੇਟਿੰਗ ਲਿਸਟ 'ਚ ਨੇ ਲੋਕ। ਨਵੇਂ ਥੋੜਾ ਜਿਹਾ ਖਿਆਲ ਰੱਖਿਓ, ਪਿੰਡ ਬੰਨਿਆਂ ਦੀ ਮੰਗ ਤੇ ਪਹਿਲਾਂ ਹੀ ਥੋੜਾ ਜਿਹਾ ਆਪਣੇ ਆਪ ਦਾ ਕਰਤੱਵ ਵੇਖਿਆ ਕਰੋ ਵੀ ਸਾਡਾ ਕੰਮ ਕੀ, ਅਸੀਂ ਕਰਨਾ ਕੀ। ਸੋ ਇਹ ਖਬਰਾਂ ਜਿਹੜੀਆਂ
दो आईयां ने होर, एक वकील ने सुमनदीप सिंह जी, राजनीति च भी इनवॉल्व ने। 2 साल ਲਈ ਲਾ सोसाइटी ने बैन किया, उन्होंने 40 ਦੇ करीब उन्होंने प्रोफैशनल मिसकंडक्ट किया। 40 वार घट्टो घट जिथे उन्होंने अपनी प्रोफैशनलिज्म ਦੀਆਂ ਧੱਜੀਆਂ ਅੜਾਈਆਂ। 1 ਮਈ ਤੋਂ 2 ਸਾਲ ਲਈ ਉਹ ਪ੍ਰੈਕਟਿਸ ਨਹੀਂ ਕਰ ਸਕਦੇ। ਜਾਣਦੇ ਹੋ ਤੁਸੀਂ ਸਾਰੇ, ਨਾ ਉਹਨਾਂ ਦਾ ਜਾਣਦੇ ਹੋ, $41,000 ਖਰਚਾ ਉਹਨਾਂ ਨੂੰ ਪਿਆ। तो यह सस्पेंशन है जी 1 अप्रैल तो आह ऑर्डर कर दी है ला सोसाइटी ने। 40 के करीब उन्होंने अपना प्रोफैशनल मिसकंडक्ट जिहड़ा वो कीता सुमनदीप सिंह उन्होंने। एक होर खबर जी भाईचारे चल रही है वो ये है कि मुंडा अपना मंड, गुरप्रीत मंड, जिसनों अगस्त 18 2017 च डगलस बार्डर ते एक कार दे विचों आउंदियां 13 किलो हाई ग्रेड जिहड़ी हेरोइन उसदे सूटकेस दे विचों मिली सी, उसनूं जज साहिबा नीना शर्मा जी ने बाइज्जत बरी कीता अप्रैल 1। वो कहंदी भी मैं ये कन्वेंस नहीं हुई, रीजनेबल डाउट एक इन्हां दा शब्द है इन्हां दी भाषा च। क्राउन ने मैनू इन्ना जिहड़ा प्रूव नहीं कर सके बियॉन्ड द रीजनेबल डाउट कि गुरप्रीत मंड नूं पता सी कि उहदी डिग्गी दे विच कार दे ट्रंक दे विच 13 किलो हेरोइन पई आ सूटकेस दे विच। कहंदे मैं ये भी नहीं कंप्लीटली बिलीव करदी कि मंड नूं पता नहीं सी भी इहदे पिछे गड्डी च की पिया। वो कहनी मैं आई हैव ए रीजनेबल डाउट अबाउट हिज नॉलेज टू। शब्द मैं उकने पढ़ के सुनाना जिवें लिखे हुए ने। ते इस दे विच होया कि फॉरेंसिक एविडेंस नहीं नाल रलिया, जिहड़ा ये हत्थां दे निशान जिहड़े पैकेट सी हीरोइन दे ओहदे ते उंगलां दे निशान मंड दे नहीं सी। मंड दी कार भी है नहीं सी। मंड दी कार एक ऑटो बॉडी शॉप सडन इंपैक्ट ऑटो बॉडी दे विच रिपेयर ते गई। उन्होंने लोन कार दी हैंडाई एक्सेंट ते अगस्त 6 ते अगस्त 6 तो अगस्त 18 नूं वो अमरीका जांदा है। 20 किलोमीटर दूर कस्टर दे एक रेस्ट एरिया दे विच अपने दोस्त का ट्रक ठीक करने लई मदद करन जांदा। जद मुड़ के आउंदा उसनूं CBS वाले फड़ लैंदे ते उहदे ट्रंक दे विच जिहड़ी है वो हीरोइन पाई गई। पर सिद्ध जज नीना शर्मा जी कहते भी यह गल सिद्ध नहीं हुई कि आप मंड लैके आया, क्योंकि किसी भी हीरोइन दे पैकेट ते उहदे फिंगरप्रिंट नहीं सी ते सूटकेस ते जिहड़े उहदे हत्थां दे निशान ओह पता नहीं सी लग रहा। मंड उन्हां ने यह कहा क्योंकि कार मंड दी है नहीं सी ते हीरोइन जिहड़ी है ड्रग आ उहदे ते उहदे निशान ना आए, पर उसदा बरी होना सिद्धा सी। कार उहदे नाम ते रजिस्टर्ड हुंदी फिर उहने बरी नहीं सी होना। कार सडन इंपैक्ट बॉडी तो उसनूं मिली। ਜਿਹੜੇ ਲੋਨ ਲੋਨਰ ਕਾਰ ਸੀ, हर वक्त जज शर्मा ने कहा कि ऑटो बॉडी का जो स्टाफ है वह साफ करके कार वाश करके वैक्यूम करके दिंदा ते कोई भी पर्सनल आइटम उहदे विच नहीं। देखो ये मतलब कानून दे विच इस देश दे विच यही कानून ने भी। हुण इहदे देखो ऑटो बॉडी शॉप वो कहते इस लोन ते कार देती, सानू की पता की रखी फिरदा। वो इस गल तो बंदा इस गल तो निकलिया उहदे हत्थां दे निशान नहीं सी, नाल इस तो निकलिया भी उहदे नाम गड्डी नहीं सी। दो चीजां उहदे हत्थ च गईयां। सडन इंपैक्ट बॉडी वालियां दे हत्थ च गया भी असीं तां कार लोन ते देती, हुण अगला की करदा फिरदा असीं की करी। पर रखी किहने इहदी आ रही सी, फस गई
ਤਾਂ ਫਸ ਗਈ, ਨਿਕਲ ਗਈ ਤਾਂ ਨਿਕਲ ਗਈ। ਟਰੱਕਰ ਦੇ ਵਿੱਚ ਅਕਸਰ ਟਰੱਕਿੰਗ ਕੰਪਨੀ 'ਚ ਨਿਕਲ ਗਈ ਫਸ ਗਿਆ ਤਾਂ ਡਰਾਈਵਰ ਓਨਰ ਆਪਰੇਟਰ ਜਦ ਪਹਿਲਾਂ ਪਿੰਨ ਟੂ ਪਿੰਨ ਸੌਦੇ ਜਾਂਦੇ ਸੀ ਤਾਂ ਡਰਾਈਵਰ ਨੂੰ ਕੀ ਪਤਾ, ਤਾਂ ਸੀਲ ਲੱਗੀ ਹੋਈ ਫੜਾਤੀ, ਲੰਘ ਗਈ ਤਾਂ ਲੰਘ ਗਈ, ਫਸ ਗਿਆ ਤਾਂ ਡਰਾਈਵਰ ਵੀ ਲੰਘ ਜਾਂਦਾ ਹੋਇਆ, ਮੈਨੂੰ ਕੀ ਪਤਾ ਜਿਹੜੇ ਨੰਬਰ ਸੀਲ ਆ ਲੱਗੀ ਹੋਈ ਹੈ। ਇਹ ਬਹੁਤ ਜਿਹੜੇ ਦੇਸ਼ ਦੇ ਵਿੱਚ ਲਾਲ ਤੇ ਹਰੇ ਦੇ ਵਿੱਚ ਜਿਹੜਾ ਗ੍ਰੇ ਏਰੀਆ ਉਹ ਬਹੁਤ ਵੱਡਾ। ਇਹ ਬੇਦੋਸ਼ਾ ਕੋਈ ਫਸਣਾ ਵੀ ਨਹੀਂ ਚਾਹੀਦਾ। ਜਿਹੜਾ ਮਨਦੋਣਾ ਨੂੰ ਔਰ ਕਾਨੂੰਨ ਨੇ ਜਿਹੜਾ ਬਾਇਜ਼ਤ ਵਰੀ ਕੀਤਾ, ਉਹ ਕਹਿੰਦਾ ਨਹੀਂ ਉਹਦੇ ਬਸ ਬਿਯੋਂਡ ਰੀਜ਼ਨੇਬਲ ਡਾਊਟ। ਜੱਜ ਨੀਨਾ ਸ਼ਰਮਾ ਜੀ ਕਹਿੰਦੇ ਨੋ ਇਹ ਨਹੀਂ ਹੈ, ਮੈਂ ਇਹ ਵੀ ਨਹੀਂ ਬਿਲੀਵ ਕਰਦੀ, ਇਹਨੂੰ ਪਤਾ ਨਹੀਂ ਸੀ, ਪਰ ਮੈਂ ਇਹ ਵੀ ਬਿਲੀਵ ਨਹੀਂ ਕਰਦੀ ਕਿ ਇਹ ਲੈ ਕੇ ਆਇਆ, ਕਿਉਂਕਿ ਇਹਦੇ ਹੱਥਾਂ ਦੇ ਨਿਸ਼ਾਨ ਨਹੀਂ। ਤੋ ਸਟਾਫ ਸਰਜੈਂਟ ਡ੍ਰੇਨ ਸ਼ੈਪਰਡ ਨੇ ਇਹ ਕਿਹਾ ਕਿ ਜਿਹੜਾ ਐਕਸਪਰਟ ਹੈ ਪ੍ਰਾਈਸਿੰਗ, ਪੈਕੇਜਿੰਗ ਤੇ ਡਿਸਟ੍ਰੀਬਿਊਸ਼ਨ ਹੀਰੋਇਨ ਦਾ, ਉਹ ਕਹਿੰਦਾ ਵੀ ਹੈਵੀ ਯੂਜ਼ਰ ਜੇ ਕੋਈ ਹੀਰੋਇਨ ਦਾ ਹੋਵੇ, ਇਹਦਾ 1 ਗ੍ਰਾਮ ਜਿਹੜਾ ਵੱਧ ਤੋਂ ਵੱਧ ਯੂਜ਼ ਕਰ ਸਕਦੇ। 13 ਕਿਲੋਗ੍ਰਾਮ ਉਹਦੇ ਲਈ 35 ਸਾਲ ਮੁੱਕਣਾ ਨਹੀਂ ਸੀ। 13,000 ਦਿਨਾਂ ਦੀ ਸਪਲਾਈ ਸੀ ਤੇ ਜੇ ਕਿਲੋਗ੍ਰਾਮ ਦੇ ਲੈਵਲ ਤੇ ਵੇਚੇ ਜਾਵੇ ਇਹ 1 ਮਿਲੀਅਨ ਦੀ ਸੀ, ਜੇ ਗ੍ਰਾਮਾਂ 'ਚ ਵੇਚੀ ਜਾਵੇ ਇਹ 2 ਮਿਲੀਅਨ ਦੀ ਸੀ। ਤੇ ਬਸ ਉਹ ਕਹਿੰਦਾ ਤੂੰ ਕਾਲੇ ਚੰਮ ਨੂੰ ਰੋਣਾ, ਇੱਥੇ ਕਲਗੀਆਂ ਵਾਲੇ ਅੜਗੇ ਇੱਥੇ ਕਿਲੋ ਨੂੰ ਰੋਣਾ, ਇੱਥੇ ਟਨ ਆਈ ਪਈ ਹੈ। ਟਨ ਵਾਲਿਆਂ ਦੇ ਵੀ 400 ਗ੍ਰਾਮ ਸੀ ਤੇ CBSA ਵਾਲਿਆਂ ਦੇ ਹੁਣ ਉੱਥੇ 12% 10% ਚੈੱਕ ਹੁੰਦੇ ਨੇ, ਲੱਖ ਦੇ ਵਿੱਚੋਂ 10,000 ਚੈੱਕ ਹੁੰਦੇ ਨੇ। 10,000 ਦੇ ਇਹ ਮਤਲਬ ਉਹਨਾਂ ਦੇ ਢਹਿ ਚੜ ਗਈ। ਦੇਖ ਲਈ ਉਹਨਾਂ ਲਾਦੇ ਹੋਣਗੇ GPS ਦਾ ਸਿਸਟਮ ਲਾਤਾ ਹੋ, ਆਏ ਗਏ ਪਿੱਛੇ ਜਿਆਦਾ ਕੇ ਖੜ ਗਈ ਤੇ ਛਾਪਾ ਮਾਰ ਲਿਆ। ਪਰ ਛਾਪੇ ਕਿਹਦੇ ਵੱਜੇ, ਕਿਹਦਾ ਵੇਅਰ ਹਾਊਸ ਸੀ, ਹਲੇ ਤੱਕ ਇਹ ਗੱਲ ਬਾਹਰ ਨਹੀਂ ਆਈ। ਵਪਾਰਕ ਸਨੇਸ਼ ਲੈਲਮਾ ਤੇ ਆ ਕੇ ਤੋਰਦੇ ਆ ਗੱਲ ਆਪਣੇ ਇਤਿਹਾਸ ਦੀ ਅਗਲੀ ਕੜੀ। ਗੁਰੂ ਨਾਨਕ ਪਾਤਸ਼ਾਹ ਜੀ ਬਾਰੇ ਹੋਰ ਜਿਹੜੇ ਧਰਮਾਂ ਦੇ ਵਿਦਵਾਨ ਨੇ, ਲੇਖਕ ਨੇ, ਉਹ ਕੀ ਕਹਿੰਦੇ ਨੇ, ਨਾਲ ਹੀ ਤੁਸੀਂ ਸ਼ਾਮਲ ਹੋਣਾ। ਜੇ ਨਾ ਤੁਸੀਂ ਸ਼ਾਮਲ ਹੋਏ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜਿਹੜੇ ਨੇ ਦਾ ਆਪਾਂ ਅੱਗੇ ਸ਼ੁਰੂ ਕਰਾਂਗੇ। ਤੇ ਵਿਦਵਾਨ ਕੀ ਕਹਿੰਦੇ ਨੇ। ਭਾਈ ਨੰਦ ਲਾਲ ਜੀ ਗੰਜ ਨਾਮੇ ਦੇ ਵਿੱਚ ਲਿਖਦੇ ਨੇ ਕਿ ਸਾਹਿਬ ਦੇ ਪਵਿੱਤਰ ਨਾਮ ਦੇ ਦੋਵੇਂ ਨੂਨ ਨੇ ਜਿਹੜੇ ਉਹ ਨਿਆਮਤਾਂ ਬਖਸ਼ਣ ਵਾਲੇ ਤੇ ਸਹਾਈ ਹੋਣ ਵਾਲੇ। ਇਹ ਨਿਆਏ ਚੁੰਨੂ ਦਿਗਰ ਦਰਵੇਸ਼, ਉਹਨਾਂ ਦੀ ਫਕੀਰੀ ਕਾਮਲ ਫਕਰ ਦਾ ਸਿਰ ਉੱਚਾ ਕਰਨ ਵਾਲੀ ਹੈ। ਉਹਨਾਂ ਦੀ ਸਖਾਵਤ ਦੋਨਾਂ ਜਹਾਨਾਂ 'ਚ ਭਰਪੂਰ ਹੈ। ਉਹਨਾਂ ਜਿਹਾ ਕੋਈ ਦਰਵੇਸ਼ ਸੰਸਾਰ ਦੇ ਵਿੱਚ ਨਹੀਂ ਆਇਆ। ਚਹਾਰ ਗੁਲਸ਼ਨ ਦਾ ਲਿਖਾਰੀ ਗਣੇਸ਼ ਦਾਸ ਵਡੇਰਾ ਲਿਖਦਾ ਹੈ ਕਿ ਉਸਦੇ ਕਮਾਲਾਂ ਦਾ ਬਿਆਨ ਬੋਲਣ ਤੇ ਲਿਖਣ ਤੋਂ ਬਾਹਰ ਹੈ। ਮੁਨਸ਼ੀ ਸੋਹਣ ਲਾਲ ਆਪਣੀ ਪੁਸਤਕ ਅਮਾਦਤਰਲ ਤਵਾਰੀਖ 'ਚ ਕਹਿੰਦੇ ਨੇ ਉਹ ਇੱਕ ਮਹਾਨ ਸ਼ਖਸੀਅਤ ਸੀ। ਉਸਦੇ ਇਸ਼ਾਰਿਆਂ ਤੇ ਹਵਾਲਿਆਂ ਤੋਂ ਪ੍ਰਗਟ ਹੁੰਦਾ ਕਿ ਉਹ ਫਾਰਸੀ ਦਾ ਇਲਮ ਚੰਗੀ ਤਰ੍ਹਾਂ ਜਾਣਦੇ ਸੀ। ਆਪ ਜੀ ਦਾ ਦੀਦਾਰ ਮਾਤਰ ਕਰਕੇ ਲੱਖਾਂ ਦੀਆਂ ਅੱਖਾਂ 'ਚ ਨੂਰ ਛਾ ਜਾਂਦਾ। ਮੌਲਵੀ ਗੁਲਾਮ ਅਲੀ ਜੋ ਫਰਕਸ਼ੀਅਰ ਦਾ ਮੁਨਸ਼ੀ ਸੀ, ਉਸਨੇ ਕਿਹਾ ਕਿ ਗੁਰੂ ਜੀ ਪਾਸ ਇਲਮ ਤੇ ਹੁਨਰ ਜਿੰਨਾ ਨਵੀਆਂ ਪਾਸ ਹੁੰਦਾ ਹੈ ਪੂਰਾ ਤੋਂ ਪੂਰਾ ਸੀ, ਉਹਨਾਂ ਤੋਂ ਵੱਧ ਇਲਮ ਕਿਸੇ ਹੋਰ ਨੂੰ ਪ੍ਰਾਪਤ ਨਹੀਂ। ਸਾਦਕ ਅਲੀ ਖਾਨ ਆਪਣਾ ਪੁਸਤਕ ਸਰਮਾਇਆ ਇਸ਼ਰਤ 'ਚ ਲਿਖਦਾ ਹੈ ਕਿ ਜਿੱਥੇ ਹੋਰ ਬੇਅੰਤ ਗੁਣ ਗੁਰੂ ਵਿੱਚ ਸਨ, ਉੱਥੇ ਗੁਰੂ ਸਾਹਿਬ ਨੇ ਮਹਾਨ ਗੁਰੂ ਸਾਹਿਬ ਮਹਾਨ ਰਾਗੀ ਵੀ ਸਨ। 6 ਤਾਰਾਂ ਵਾਲਾ ਰਵਾਬ ਉਹਨਾਂ ਦੀ ਔਕਾੜ ਹੈ। ਤੇ ਹੋਰ ਈਵਨ ਸਾਮਵੇਦ ਦੇ ਵਿੱਚ ਜਾਂ ਜਿਹੜੀ ਮਲਿੰਦਾ ਪੁਰਾਣਾ ਕਾਠੋਪਨਿਸ਼ਦ ਹੈ ਤੇ ਉੱਥੇ ਵੀ ਇਸ ਤਰ੍ਹਾਂ ਹੀ ਲਿਖਦਾ ਹੈ ਕਿ ਰਾਨੀ ਸੈਲਾਨੀ ਹੈ ਜਿਹੜਾ ਉਹ ਸਾਹਿਬ ਬਾਰੇ ਲਿਖਦੇ ਨੇ ਕਿ ਗੁਰੂ ਨਾਨਕ ਗ੍ਰੰਥ ਸੰਗਤ ਕਰਾਮਾਤ ਤੇ ਜਾਨਸ਼ੀਨ ਗੁਰੂ ਸਭੋ ਕੁਝ ਰੱਖਦੇ। ਸਾਰੀਆਂ ਖੂਬੀਆਂ ਤੋਂ ਵੱਡੀ ਖੂਬੀ ਇਹ ਹੈ ਕਿ ਮੁਸਲਮਾਨ ਵੀ ਉਹਨਾਂ ਦੀਆਂ ਵਡਿਆਈਆਂ ਦੇ ਕਾਇਲ ਸਨ। ਸੋ ਬਾਬਾ ਨਾਨਕ ਨਿਰਸੰਦੇਹ ਬਲੀ ਪੈਗੰਬਰ ਸਨ। ਸੰਸਾਰ ਵਿੱਚ ਸਾਹਿਬ ਇੱਕ ਮਹਾਨ ਹਸਤੀ ਹੋਏ ਜਿਨ੍ਹਾਂ ਦੀ ਕਿਤਾਬ ਗੁਰੂ ਗ੍ਰੰਥ ਸੀ, ਉਮਤ ਸਿੱਖੀ, ਮੁਅਜ਼ਮਾ ਕਰਾਮਾਤ, ਸਾਹਿਬ ਆਪਣਾ ਸਰੂਪ ਬਦਲਣਾ, ਗੁਰੂ ਅੰਗਦ ਦਾਸ ਤੇ 10 ਜਾਮਿਆਂ ਦੀ ਗੱਲ ਵਡਿਆਈ। ਇਹਨਾਂ ਚਾਰਾਂ ਵਡਿਆਈਆਂ ਵਾਲਾ ਕੋਈ ਸੰਸਾਰ ਵਿੱਚ ਨਹੀਂ ਹੋਇਆ।
मौलवी अब्दुल करीम लिखता है कि गुरु नानक के मन में रता पक्षपात नहीं ते दुनिया उसकी श्रद्धालु होंदी गई। साहिब की नज़र में हिंदू ते मुसलमान इक्को जे सन। वो एक दूजे नूं कदे भी एक नाल दूजे नूं कदे भी वडियाई नहीं सन दिंदे। मुंशी सुजान राय लिखता है कि वह सच दे पांधियां दा रूहानी आगू सी, सच्चे धर्म दा मशाल ची सी, रब्बी रोशनी दा प्रकाशी ते दैवी गुणां दा दृष्टा सी। मैकलम अपनी पुस्तक द सिक्स स्कैच विच लिखता है कि साहिब नानक जो महानता ते प्रसिद्धता प्राप्त की, जिस कामयाबी नाल विरोधियों का टाकरा किया है, अंदाजा लगाने लई काफी है कि वह सुधारण तो वध तीखण बुद्धि के मालक सी। अजिहे सूबे च पैदा होकर जो हिंदुस्तान की एक नुकरे जिथे मुसलमानों का मत ते हिंदुओं की मूर्ति पूजा आपस में कहते सी, परस्पर प्यार करने का नारा लगाना एक कमाल का काम सी। एक पासे सख्त हठ धर्मी ते दूजे पासे डूंगी वहम प्रस्ती का टाकरा करने वालियां दा मोढ़ी होया। साहिब ने सारिया औकड़ां नूं स्नेह ते सूझ ते जोर नाल जित्तिया। मैग्रेगर अपनी पुस्तक शॉर्ट हिस्टरी ऑफ द सिक्स विच गुरु साहिब बारे लिखता है, गुरु नानक दा आशा सी कि सारी मनुखता अमन ते शांति विच रहे, क्योंकि असीं सारे इक्को वाहिगुरू दी संतान है। दुनिया दी शैआं नाल नानक दा लगाव नहीं सी। ये सच है कि सब कुछ लोकां विच वंड दिता। मुक्ति गल गुरु नानक ने जोरदार अखरां राहीं हिंदुआं नूं बुत प्रस्ती छड्डण लई प्रेरिया, मुसलमानां नूं तुलस ते बाबा साहिब बारे जिहड़ा पहला मैं तुहानूं सलानी लिखदा जिहड़ा ईरानी, वो अपनी भाषा च उन्होंने लिखा, बाबा नानक किताब दारद उम्मत दारद मौजूदा दारद ऐसबा दारद वाह बुजुर्ग तरज हम फजलायन मुसलमान हमा बराकमत वो कायल पंथ पशबाग नाटक बिला नानक बिला शक्के सुबह नबी अस पर्शियंस लिखता। निजदे नानक शाह हिंद मुसलमान बराबर बंदूद जके राब दीगरे तरजी नामदी तारीख पंजाब। तो कनिंगम ने विस्तार नाल साहिब की सिक्ख्या ते शख्सियत बारे लिखा। वो लिखता है कि गुरु नानक एक उत्साही प्रचारक ते ठंडाऊ सी। उसने पहले तपस्या करके फिर लोगों का मेल जोल बढ़ा के बहुत ज्ञान प्राप्त किया। हिंदुस्तान की हद्दां तो बाहर भी हो गए, जन सुधार तो लैके पंडितां तक विचार की सच्चा राह लभ्या। कनिंगम हिस्ट्री ऑफ सिक्स। प्लेटो, बेकन, डेस्कार्टिस, गजाली अपने वेले के मतां ते भी उन्होंने अपने वेले के मतां ते भी विचार की, पर साहिब बारे उन्होंने लिखा कि गुरु नानक दे ही हिस्से आया कि सही अर्थां च सुधार करने नियमित उच्चे नूं एक थां लैके जाण वाले सन। CH पेन लिखदा साहिब बारे, गुरु नानक जी ने वो गल समझ लई सी जिहड़ी दूजे सुधारकां ने नहीं समझी। गल ये कि धर्म उही जिंदा रह सकदा जिहदी जिहड़ा वरतों सिखा ले, जिहड़ा ये ना सिखा ले कि दुनिया तो भजना किवें, बल्कि सिखा ले कि दुनिया च रहना किवें, बदियां तो बचना किवें दुनिया च रह। कैप्टन बिंगले गुरु नानक नूं महात्मा बुद्ध नाल तुलना दिंदा है। वो कहंदा गुरु नानक ते बुद्ध दोहां ने उस धर्म विच बगावत की जिहड़ा समाजिक वखेवेवें पैदा करदा सी, कर्म करना ते जोर दिंदा, फोकियां रस्मां नूं भी धर्म दिंदा। दोहां ने प्यार ते शांति दा प्रचार किया। डॉक्टर सुदेश्वर वर्मा कहते ने कि बुद्ध नाल विवेक, पालनी नाल शब्द शास्त्र ते गुरु नानक नाल अंतरराष्ट्रवाद जिहड़ा लोप हो गया। इरस्टन लिखता है, मुक्ति गल गुरु नानक जी ने माड़ा किसी नूं नहीं आख्या, पर लोगों को परछावें वालों हटा के असलीयत वाल लैके। सर गार्डन लिखता है, साहिब ने घर नूं ना त्यागया, सगों गृहस्थ विच रह के उच्चे असूलों का प्रचार किया। हिंदुआ कर्मकांडी ने डट के गुरु नानक की विरोधता की, क्योंकि उन्हें संसारी रीत चलाई। एक होर कमाल गुरु नानक ने किया, ये धर्म जो उसने साजिया सी होर धर्मां वांगू भी ही खत्म हो जाता, जो गुरु नानक अपना जानशीन लभ के ना थापे। ये उन्होंने दूर दृष्टि कि अपने जींदियां ही सचज्जा जानशीन लभ्या। मोहम्मद लतीफ गुरु नानक साहिब बारे लिखता है, उन्हें कभी भी अपने आप को रब नहीं सी कहा ते ना ही कदे अपने आप को करमवंती प्रचारिया। अपने आप को सिर्फ आदमी कहते, बाकी मनुखा वांग वो भी मनुख सन। उन्होंने मूँह उत्ते एक शब्द आम होंदे सन, तू ही निरंकार करतार नानक बंदा पे। वो सेवकां नूं भी गृहस्थ च रहण लई आखदे, संसार छड्डना फजूल है, वाहिगुरू दी नज़र च फकीरी, संसारी, गरीब ते अमीर इक्को जिहे ने, फिर संसार क्यों छड्डना।
ਸਰ ਚਾਰਲਸ ਗਫ ਲਿਖਦਾ ਹੈ, ਗੁਰੂ ਨਾਨਕ ਸੱਚ ਦੀ ਭਾਲ ਲਈ ਬਚਪਨ ਤੋਂ ਹੀ ਕੋਸ਼ਿਸ਼ ਕਰਦੇ ਸੀ। ਉਹਨਾਂ ਪੜ੍ਹਿਆ, ਇਕੱਲੇ ਬੈਠ ਕੇ ਸੋਚਿਆ, ਸਫ਼ਰ ਵੀ ਕੀਤੇ, ਪ੍ਰਚਲਿਤ ਧਰਮਾਂ ਵਿੱਚੋਂ ਸੱਚਾਈ ਜਿਸ ਦੇ ਉਹ ਚਾਹਵਾਨ ਸੀ ਜਾਂ ਨਾ ਮਿਲੀ, ਆਖਰ ਉਹਨਾਂ ਹੋਰ ਡੂੰਘਾ ਜਾ ਕੇ ਵਾਹਿਗੁਰੂ ਦੀ ਏਕਤਾ ਤੇ ਮਨੁੱਖਤਾ ਦੀ ਸਾਂਝੀ ਬਾਲਤਾ ਵਾਲਾ ਰਸ ਲੱਭਿਆ। ਸਰ ਪ੍ਰਸਿੱਧ ਅੰਗਰੇਜ਼ ਵਿਦਵਾਨ ਜਿਹੜਾ ਮਕਾਲਫ ਆਪਣੀ ਪੁਸਤਕ ਦੇ ਸ਼ੁਰੂ ਵਿੱਚ ਇਹ ਕਹਿੰਦੇ ਨੇ ਕਿ ਉਸ ਜ਼ਮਾਨੇ ਵਿੱਚ ਗੁਰੂ ਨਾਨਕ ਦਾ ਹੋਣਾ ਤੇ ਨਵਾਂ ਧਰਮ ਚਲਾਉਣਾ ਹੀ ਦੱਸਦਾ ਹੈ ਕਿ ਇੱਕ ਮਹਾਨ ਵਿਅਕਤੀ ਸਨ। ਸਰ ਮੁਹੰਮਦ ਇਕਬਾਲ ਨੇ ਜਿੱਥੇ ਗੁਰੂ ਨਾਨਕ ਸਾਹਿਬ ਨੂੰ ਮਰਦੇ ਕਾਮਲ ਤੇ ਵਹਾਦਤ ਦਾ ਗੀਤ ਗਾਉਣ ਵਾਲਾ ਲਿਖ ਕੇ ਸ਼ਰਧਾ ਪ੍ਰਗਟਾਈ, ਉੱਥੇ ਐਨ ਐਨਸਾਈਕਲੋਪੀਡੀਆ ਆਫ ਇਸਲਾਮ ਦੀ ਚੌਥੀ ਜਿਲਦ ਵਿੱਚ ਗੁਰੂ ਨਾਨਕ ਦੀ ਸਾਰੇ ਸਿੱਖਾਂ ਦਾ ਮੰਤਵ ਸਮਾਜਿਕ ਸਾਵਾਪਣ, ਵਿਸ਼ਵ ਭਾਈਚਾਰਾ ਬਣਾਉਣਾ ਤੇ ਫਿਰਕਾ ਪ੍ਰਸਤੀ ਨੂੰ ਤੋੜਨਾ ਤੇ ਵਹਿਮਾਂ ਨੂੰ ਉਡਾਉਣਾ ਲਿਖਿਆ। ਉਸਦੇ ਉਪਦੇਸ਼ਾਂ ਵਿੱਚ ਰੀਤ ਰਸਮ ਨੂੰ ਕੋਈ ਥਾਂ ਨਹੀਂ ਸੀ। ਸਿੱਖ ਵਿਦਵਾਨ ਸਰਦਾਰ ਖਜ਼ਾਨ ਸਿੰਘ ਲਿਖਦੇ ਨੇ ਕਿ ਸਾਹਿਬ ਦੀ ਵਡਿਆਈ ਤੇ ਕਾਮਯਾਬੀ ਇਸੇ ਹੀ ਗੱਲ ਤੋਂ ਦੇਖੀ ਜਾ ਸਕਦੀ ਕਿ ਉਹਨਾਂ ਦੂਰ ਦਰਾਡੇ ਮੁਲਕਾਂ ਵਿੱਚ ਜਾ ਕੇ ਜਿੱਥੇ ਆਪਣੀਆਂ ਰਸਮਾਂ ਰਿਵਾਜਾਂ ਨੂੰ ਹੀ ਧਰਮ ਸਮਝਦੇ ਸੀ, ਵੱਖ-ਵੱਖ ਬੋਲੀ ਬੋਲਦੇ, ਜ਼ਾਲਮਾਂ ਤੇ ਵਹਿਸ਼ੀ ਰਵੱਈਆ ਰੱਖਦੇ, ਉੱਥੇ ਪ੍ਰਚਾਰ ਕੀਤਾ। ਸਾਰਿਆਂ ਨੇ ਉਸਦੇ ਆਦਰਸ਼ ਅੱਗੇ ਸਿਰ ਨਵਾਇਆ ਤੇ ਪਿਤਾ ਪਤਾਮਾ ਤੋਂ ਚੱਲੀਆਂ ਰਹੀਆਂ ਰੀਤਾਂ ਛੱਡਣ ਦਾ ਜਿਹੜਾ ਯਤਨ। ਗੋਕਲ ਚੰਦ ਨਾਰੰਗ ਲਿਖਦੇ ਨੇ ਜੇ ਗੁਰੂ ਨਾਨਕ ਜੀ ਦੇ ਆਉਣ ਤੋਂ ਪਹਿਲਾਂ ਤੇ ਜਾਣ ਤੋਂ ਬਾਅਦ ਦੇ ਹਾਲਾਤ ਦੇਖੇ ਜਾਣ ਤਾਂ ਨਿਰਸੰਦੇਹ ਅਸੀਂ ਇਸ ਨਤੀਜੇ ਤੇ ਪਹੁੰਚਾਂਗੇ ਜਿਸ ਹਾਲਤ ਵਿੱਚ ਹਿੰਦੂ ਗੁਰੂ ਜੀ ਤੋਂ ਪਹਿਲਾਂ ਸਨ ਕਈ ਦਰਜ ਉੱਚੇ ਉਹਨਾਂ ਦੇ ਜਾਣ ਉਪਰੰਤ ਹੋ। ਗੁਰੂ ਨਾਨਕ ਨੂੰ ਦੁਨੀਆ ਦੇ ਇਤਿਹਾਸ ਵਿੱਚ ਬਹੁਤ ਉੱਚੀ ਥਾਂ ਪ੍ਰਾਪਤ ਹੈ ਤੇ ਪੰਜਾਬ ਦੇ ਇਤਿਹਾਸ ਵਿੱਚ ਤਾਂ ਸਭ ਤੋਂ ਉੱਚੇ ਹਨ। ਉਹ ਮਨੁੱਖਤਾ ਦਾ ਰਾਖਾ ਸੀ ਤੇ ਪੰਜਾਬ ਨੂੰ ਉਹਨਾਂ ਤੇ ਮਾਣ ਸੀ। ਅੱਗੇ ਚੱਲ ਕੇ ਨਾਰੰਗ ਲਿਖਦਾ ਕਿ ਗੁਰੂ ਨਾਨਕ ਨੂੰ ਲੂਥਰ ਨਾਲ ਤੁਲਨਾ ਨਹੀਂ ਦੇਣੀ ਚਾਹੀਦੀ, ਉਹ ਲੂਥਰ ਨਾਲੋਂ ਰੂਹਾਨੀ ਤੌਰ ਤੇ ਬਹੁਤ ਉੱਚੇ ਸੀ। ਜਰਮਨੀ ਦਾ ਇੱਕ ਸੁਧਾਰਕ ਸੀ ਲੂਥਰ, ਜਿਸਨੇ ਈਸਾਈ ਮਤ ਵਿੱਚ ਕਰੀਤੀਆਂ ਕੱਢੀਆਂ ਸੀ ਤੇ ਨਵੀਂ ਲੀਹ ਜਿਹੜੀ ਪਾਈ ਸੀ। ਸਾਧੂ ਟੀ.ਐਲ. ਵਸਵਾਨੀ ਲਿਖਦਾ ਹੈ ਆਪਣੀ ਕਿਤਾਬ ਦਾ ਇੱਕ ਅਧਿਆਇ, ਉਹਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਦੀ ਨਿਮਰਤਾ ਤੋਂ ਸਾਰੇ ਕਹਿੰਦੇ ਪ੍ਰਭਾਵ ਸੀ ਤੇ ਲੂਥਰ ਇੱਕ ਅਭਿਮਾਨੀ ਪੁਰਖ ਸੀ। ਲੂਥਰ ਦੇ ਖੱਤ ਤੇ ਉਸਦੀਆਂ ਗੱਲਾਂ ਬਾਤਾਂ ਟੇਬਲ ਟਾਕ ਇਨ 6 ਵੋਲੀਅਮ ਦੇ ਚੰਗੀ ਤਰ੍ਹਾਂ ਪ੍ਰਗਟਾਉਂਦੀਆਂ ਨੇ ਕਿ ਉਹ 'ਚ ਕਿੰਨਾ ਹੰਕਾਰ ਸੀ। ਤੇ ਵਰਤਮਾਨ ਸਮੇਂ ਦਾ ਵਿਦਵਾਨ ਗ੍ਰੀਨਲੀਸ ਗੁਰੂ ਨਾਨਕ ਸਾਹਿਬ ਬਾਰੇ ਲਿਖਦਾ ਹੈ ਵੱਡੀ ਸਿਫਤ ਨਿਮਰਤਾ ਹੀ ਸੀ। ਭਾਈ ਪਰਮਾਨੰਦ ਨੇ ਲਿਖਿਆ ਕਿ ਪੰਜਾਬ ਕੇ मुस्तकबिल अगे दी कि सारी तारीख गुरु नानक से शुरू होती है। जब पहली बार बाबा बंदा सिंह जी ने मुगल साम्राज्य की आकड़ भन्नी तो सिक्कियां ते लिखाया सी कि गुरु नानक जी की बख्शी तेग दे सदके दो जहानों ते सिक्का चलाया। ये फतेह गुरु गोबिंद सिंह साहिब दी है, कृपा अकाल पुरख। सीए इन नोड ने टीचर्स ऑफ इंडिया विच लिखिया जनानी अखाड़ है कि मालक दे दर तो सूझदा प्रकाश हुंदा मोफियार के क्रियो फबोज। पर हिंदुस्तान विच आखना झूठा दिसदा सी। नानक शाह ने अपनी नाम लेवियां नूं निर्भव बना के बंधना तो आजाद ते साहिब बारे ये जिहड़ा अलग अलग दुनिया दे विद्वानां ने लिखिया। हुण आपां दूसरे पातशाह दे बारे गलबात अज शुरू करते हैं। गुरु अंगद पातशाह जी के बारे। गुरु साहिब इस धरती ते 1504 तो लैके 1552 तक रहे। पहला नाम भाई लैणा सी। आप जी का जन्म मत्ते दी सरा जिला फिरोजपुर च बाबा फेरू मल जी के घरे होया। माता सभराई दी कुखों ते 31 मार्च सन 1504 नूं बाबा फेरूमल जी दे वड्डे जिहड़े जिला गुजरात दे पिंड मंगोवाल दे रहण वाले सी। बाबा फेरूमल जी नूं उन्हां दे सहुरे मत्ते दी सरां लैके आ गए। बाबा फेरू जी जद मत्ते जी सरां अपने सहुरे आए जिहड़े भाई लैणा जी दे गुरु अंगद पातशाह जी दे पहला नाम भाई लैणा सी पिता जी सी। बाबू फेरू जी दा खुला आउणा जाना चौधरी तख्तमल दे घर। तख्तमल कोल ही बाबा फेरू जी मुंशी दा काम करदे। तख्तमल दे 7 पुत्र ते एक धी सी।
धी दा नाम विराई सी, सतवीरां तो भाई मतलब विराई दा विआह खडूर विच चौधरी महमे नाल होया। कुछ साल दा बाबा फेरू मल जी दा काम चलदा रहा, पर सन 1517 दे विच तख्त मल नाल कुछ अणबण हो गई। विराई ने ये विच पै के ठीक करती, पर यह भी डर सी झगड़ा बध सावे। सो भाई लहणा दे सहुरियां जो खडूर साहब दे नाल संगर पिंड है, बिल्कुल खडूर साहब दे नाल, कि संगर आ जाओ तुसीं। पर कुछ कारणा करके संगर भी ना गए। हरी के पत्तने हट्टी पा ली भाई लहणा जी ने ते बाबा फेरू जी ने, पिता जी जिहड़े सन बाबा लहणा जी। ला उस समय राज इब्राहिम लोधी दा ते बाबर ने एक दुक्के हमले भी शुरू करते। बाबर मल्ला मारदा जिहड़ा 1521 विच उन्हें सैदपुर का कतलेआम किया, जिसका जिक्र गुरु नानक साहब जी ने अपनी बाणी च कीता। ते 1526 च बाबर ने एक तकड़ा हमला किया। पानीपत की लड़ाई च इब्राहिम लोधी नूं हरा के दिल्ली का बादशाह बन गया। इहदे हमले दे विच मत्थे दी सरां गुरु साहब दा जन्म भूमि फिरोजपुर वाली तबाह हो गई। जग दा दीवा भी ना छड्डिया जिथे भाई बाबा लहणा जी का गुरु अंगद पातशाह का जन्म। बाबा फेरूमल जी चढ़ाई कर गए। काम हुण लहणा जी के सिर ते आ गया। फेरू जी देवी भगत सन, हर साल पहाड़ा वाली देवी के दर्शन जत्था लैके जांदे, जथेदार भी सन। यह काम हुण भाई लहणा जी के सुपुर्द हो गए। भाई लहणा जी संघ के जथेदार होने की हैसियत जत्था लैके जान लगे। इस दौरान एक बार खडूर साहब जिथे उन्होंने धर्म भूआ विराई रहिंदी सी, जिथे पिता जी फेरूमल जी काम करदे, तख्त मल की धी जिन्हों उन्होंने पिता फेरूमल जी भैन कहते ते बाबा लहणा जी भूआ कहते। खडूर वो व्याही सी। सवेरे उत्थे भाई जोध के मूहों बाणी सुणो, जिसकी सेवा नाल सारे सुख मिलते, उन्होंने चेते रखो। जद अपना कीता पाउणा पैना तो फिर भैड़े काम कदे नहीं करने। पाप ना करो, लंबी नजर नाल वेखो। वो चाल क्यों चलो जिस नाल रब पासों हार होवे। सदा लाहे वाला काम करना चाहिए। इस गल तो जिहड़ा बहुत प्रभावित होए। ते ये संगर पिंड भी हुण ढह ढेरी हो गया। संगर ही भाई लहणा जी बीबी खेम नाल, जिन्हां असीं खीवी कहंदे हैं, माता जी गुरु साहिब जी दे महल ते उत्थे ही विआहे होए। संगर सहुरिਆਂ ਦਾ पिंड सी साहिब दा। ते उस तो बाद जब प्रभावित होए भाई लहणा जी, तो उन्होंने बाणी के रचनहारे साहिब के दर्शनों की तांग हो। एक बार पहला भी भाई लहणा जी ने गुरु नानक पातशाह के दर्शन किए सी। वो स्वार्थ लई ते संसारक पीड़ा हरन लई वो देवी के दर्शन नूं जम्मू जांदियां दा आप संग नूं छड्ड के करतारपुर दर्शनां नूं चले गए। दर्शन करके मन नूं शांति गई। फिर रहन दा उत्थे विचार कर लिया ते नाल दे नूं कह के भेजता भी जिहड़े दर्शनां नूं रोजदा सी वो वस्तु मिल गई। ये घटना 1532 दी है। बाबा दासू जी ते बीबी अमरो जी का भी जन्म जिहड़ा हो चुकिया सी। तो बाबा दासू जी ते बीबी अमरो दोने साहिब जी दे पुत्र ते धी सी गुरु अंगद पातशाह दे। हुण ये नवीं चीज़ां पता लगने क्योंकि आपां नूं बहुत घट हो जिन्हां नूं याद होना भी ये इस तरह दातू जी दासू जी ते अगले तीसरे पातशाह दे साहिबजादे चौथे पंजवें अगे नूं। ते कुछ दिनों बाद बाबा लहणा जी खडूर साहब आ गए। सारा काम कार भाणजे नूं सोच के फिर करतारपुर चले गए। सिख इतिहास लिखदा जब भाई लहणा जी काम कार समेट के करतारपुर जान लगे, उन्हां लूण दी एक किवी सिर ते चक ली। नवा प्रकाश के शब्दां विच घर का कारज वार सब किला बंद किया। चित्त एकाग्र करके चिटाई और लूण को का पूना बांध कर साथ लिया। बाबे जी के दरपुर पर चले गए। करतारपुर पुज लूण का घर सुटिया। आप जी खेतां नूं गए। गुरु नानक जी घाह पुट रहे सी। आप जी भी घाह कड्ढण लग गए। खेती कदे कीती नहीं सी, सो घाह नाल धान भी पुट्टी जा। महाराज मुस्कुराउंदे रहे। घाह दीआं 2 पंडां तैयार हो गईआं ते गुरु नानक जी ने चुक लई। दूजी भाई लहणे जद माता सुलखणी ने कहा ते इन्हां नूं इउं घाट होया तां महाराज ने वजन किया। इन्हां दे सिर घाह दी पणनी दीन दुनिया दा छत्ता दिता है। उपर चिक्कड़ नहीं केसर है। यह बड़ा भगवान पुरख है। महिमा प्रकाश दे शब्द गुरु नानक जी ने कहा, मैं दीन दुनिया का छत्र सिरधारा, वह कीच जल नहीं केसर सिरधारा। ये लहर मैं इसको देना, कहो सब मिथ्या नहीं बहना।
इनकी मैं सो है बिद बनी मेरे राज को आवतन। महिमा प्रकाश दा लिखारी लिखदा काल सेवा हुक्म नहीं बाबा लहणा जी करतारपुर च गुरु नानक साहब की निगरानी थले 7 साल साहिब दे दसे राह ते तुरे। बलवंड जी के शब्दां च गुरु अंगद देव जी ने मर्दा वाली घाल घाली ते वो अपने मालक सतगुरु नानक दे दर कबूले गए। पे कबूल खसम नाल ना घाल मर्दीकत। तो इत्थे सो भाई लहणा जी गुरु अंगद पातशाह 7 साल करतारपुर गुरु नानक पातशाह जी की उन्होंने संगत ये करके अलग है भी जानशीन बना के चुन के गए ताही जी कहते लाइट ट्रांसफर हुई। लाइट ट्रांसफर इस तरह ही हुई। साहब दे करतारपुर साहब रहिंदे बहुत 5-6 के करीब अलग अलग वाक्य ने जिहदे गुरु नानक पातशाह ने दे हुक्म की पालना पुत्तां ने तां कीती ना, श्री चंदोना लक्ष्मी दास ने तां, पर गुरु साहब ने साखियां दे विच जिहड़ी भी गल साहब कहंदे तां ओह करदे। चाहे ओह कटोरा एक बार गंदे नाले च डिग पिया उहनूं कड्ढण दी गल, धर्मशाला की कंध बनाउण दी गल, अद्धी रात नूं दरिया रावी ते कपड़े धोण दी गल, अखीरली जिहड़ी वड्डी साखी है ओह जिहड़ा मनुखां दा मांस खाण वाले राक्षस जिन्हां नूं कहंदे ने उस दे विच भयानक शक्ल बना के हथ च डंडा लैके मसाणा वाल गुरु जी चले। पिछे लोग ते संगतां नहीं हटियां, पैसे सुटते कोई पैसे लेके चले गए, फिर मोती सुटते कोई मोती कोई हीरे लेके चले गए, तां कुछ कुत्ते आ गए, कुत्ते डरदे चले गए, 3 रह गए पिछे। साहब ने डंडा जिहड़ा कुतक है बाबा बुढ़ा जी दे कहंदे मारिया, दुनी चंद भी दरख्त पिछे छुप के लैना ही रह गए। तो साहब ने कहा भी अब मुर्दा ये खाना पैना। लैना जी खाण लई तैयार हो गए। जब कुपड़ा उतरिया कड़ा प्रसाद सी, साहब ने गुरु नानक जी ने देख के आगे भाई लैना जी इस विच शक्ति आ गई, वो मुर्दियां नूं जीवन शक्ति मिठास ते सुगंधी दे सकते ने। गुरु साहब ने छाती नाल लगा के गुरगद्दी भाई लैणे नूं दित्ती। पुरखा तुझ मन्नेगा सो मुझे मन्नेगा, तो कर सेवेगा सैमे को सेवेगा, तू मैं तू, तुम हमको भिन्न जाएगा सो गुरु से विछड़िया रहेगा। महिमा प्रकाश च लिखा 2 सितंबर 1536 की यह जिहड़ी सन 1536 की 39 की घटना। सत्ता ते बलवंत साहब दे समय ढाडी होए ने। उन्होंने इस घटना बारे लिखा पुत्रा ने हुक्म ना पालिया, गुरु जी ने अकाल पुरख की बख्शी हुई मत रूपी तलवार दे जोर नाल लैणा जी अंदरों पहला जीवन कढ़ के आत्म जिंदगी बख्श के लैणा जी के सिर उत्ते जो सिफत सलाह पर नाम अमृत पी रहे सन गुरु नानक जी की गुरियाई का छत्र धारिया। उसे जोत ने गुरु अंगद दे जोत पाई। शरीर बेशक बदले पर जोत उही रही। एक गद्दी ते गुरु अंगद जी नूं मिलण बारे आर्चर लिखदा कि हिंदुस्तान के सुधारकों में ये सब तो उगे सन जिन्होंने अपने आदर्श के प्रचार लिए ठोस कदम चुकिया। सर चार्ल्स डफ लिखता है कि वह बलदी मिसाल टॉर्च गुरु नानक ने गुरु अंगद जी नूं ये दस के दिती कि धर्म सदीवी वहिंदी धारा है, कंटीन्यूइंग रियलिटी है। गोकुल चंद नारंग भी यही लिखता है कि गुरु गोबिंद ते उन्हां दा काम इस उन्नति का नतीजा कि जो मुढ़ तो हुंदी आई है। इस बूटे सिक्खी ने गुरु नानक गुरु गोबिंद सिंह जी बड़े फल दिता है। उसकी बिजाई गुरु नानक साहब ने की। 8 गुरुआं गुरु अंगद गुरु अमरदास साहब ने उसनूं सिंजिया। जिस तेग ने खालसे की शान फैलाई ये ठीक है, उसनूं प्यार गुरु गोबिंद सिंह ने किया, पर फौलाद गुरु नानक जी कमा के दे गए। तो मुफिद जुल्फिकार अर्दस्तानी जिन्होंने मोहसिन फानी भी कहते हैं, वह दबस्तान मजहब लिखता है कि सिखा का विश्वास है गुरु नानक केवल नूर ही सी। उन्हें जब अपने शरीर रूपी चोले त्यागा तो अपने खास सेवक गुरु अंगद देव जी के शरीर च प्रवेश हुए। इसलिए गुरु अंगद देव जी साकार नानक सन। गुरु अंगद जी की जब ज्योति जो समाए तो बाबा नानक अमरदास जी के शरीर च प्रवेश कर गया। हर एक गुरु नूं महल कहते हैं। महल पहला नानक सी, दूजा अंगद,
सिखां दा विचार है कि शख्स गुरु अर्जन जी बाबा नानक नहीं मानते, वो मनमुख ते काफर ने। याद रहे ये पुस्तक गुरु हरगोबिंद साहब जी के समय लिखी थी मोहसिन फानी ने। फिर करतारपुर साहब तो खडूर साहब आए गुरु अंगद देव पातशाह, सब तो वड्डी जिम्मेवारी नवें जन्मे सिੱਖੀ ਦੇ बूटे जिहदी बीज गुरु नानक साहब ने पाए उन्होंने संभालना सी, गुरसंतान सन्यासियां पुरोहितां इलाके के हुक्मनामा तो इन्हूं बचाउणा सी, ये बूटे नूं पालना सी। गुरु अंगद साहब की सब तो वड्डी पदवी यह सी कि निमरता दे विच लैण, कि बाबा लैणा ने घाल कमाई करके हुक्म मन के गुरगद्दी लई है। ज्ञानी ज्ञान सिंह जी लिखते हैं हर वेले गुरु अंगद पास सत्संग का परचा, लंगर का खर्चा ते हरि का चर्चा बनया है। दूजे पासे आप जी ले खाना घरों माता खीवी जी बना के भेजते, भेटा नूं निज लई नहीं सी वरते। उन्होंने अपने बेटों को हुक्म दे रखा था कि तुम अपना गुजारा मुआज दुकानदारी या काश्तकारी से हासिल करो, यह पूजा का माल तुम्हारे लिए जहर कत्ल है। वो उन्हीं को इरशाद मुताबिक अमल करते, बच्चों को कहा भी ये जहर है। ते नामदाद गुरु जी बनते, उत्थे गुरु जी ने लंगर की जिहड़ी मर्यादा चलाई, जिथे इस लंगर विच माता खीवी जी आके खीवी दे सदका रस अमृत खीर ढियाली जिहड़ी गल है स्वादी ते घ्यो वाली खीर बरताई जाती। दूर दरायों लोग खेड देखण आउंदे कि लंगर छक के शुक्र करते, कित्थों आउंदी है, कौन बनाउंदा है। नित कर्म साहिब अमृत वेले उठते ते फिर ध्यान च जुड़ते, फिर संगत च पुजदे, दर्शन दिंदे, दर्शन पा के कईयां दी आत्म दृष्टि मिलती, कईयां दे रोग कटदे, ते फिर कीर्तन रबाबी बलवंत जी का रोल कीर्तन हुंदा। फिर कथा गुरु इतिहास की गल हुंदी, गुरु चर्चा तो सिवा होर कोई कथन ना हुंदा। फिर लंगर तैयार हुंदा, सारे इक्को ही पंगत च बैठ के लंगर छक, फिर संगतां विश्राम करदियां। शाम नूं खेडां हुंदियां, कदे कदे पहलवान अखाड़े च उतर के कुश्तियां करदे, ते रात नूं फिर बलवंत जी कीर्तन करते, पहर रात के गुरु जी विश्राम करदे। ये नित दा कर्म सी, निमरता दे पुंज सी। जोगियां दी जमात खडूर साहब आई, लंगर विच माता खीवी दे सेवा सदका रौनकां लगियां हुंदियां, खुले भंडारे। जोगी हैरान हो गए, कहते खर्च कित्थों आउंदा, कोई जगीर नहीं। जोगियां ने बड़े महंत ने जगीर आदि लगाण लई किहा, गुरु जी ने किहा कि गुरु घर च किसी चीज की थोड़ नहीं। जोगियां ने बहुत जोर दिता, मंगो कुछ। गुरु जी ने कहा गरीबी दान नहीं चाहिए, गरीबां नाल प्यार की बरकत चाहिए। गरीबां की सेवा का उपदेश साहब ने किया। गुरु दरबार में एक सिख भाई माणा जी के नाम दे सी, सेवा का उन्होंने अहंकार हो गया। वो एक दिन कहन लगे, मैं नीवें सिखां की सेवा नहीं कर, मैं तो सतगुर का ही सेव। साहब ने समझाया भी गुरु घर में इहो जिहियां गल्लां नहीं सुणदियां, गुरु घर च गरीबी फर्क, कादर की कुदरत च रहण दा उपदेश। ते भाई जीवा जी गुरु के लंगर की सेवा करते, दिन वो सेवा करते कि हनेरी मीह आ गया, हनेरी हटाउण लई गुरु नूं अगे बेनती की। गुरु ने कहा सेवक का काम भाई सेवा ही करना, हुक्म च रहना, बाकी ਉਹਦੇ हुक्म च रहना जिंदगी। हमायूं इत्थे आया, शेरशाह सूरी ने जब हमायूं नूं हराया आगरे तो भज के सुल्तानपुर अपड़िया। फिर उसनूं पता लग्या भी कोई दरवेश है। फिर उन्हें ब्यासा पार जरनैली सड़क तो कुछ दूर खडूर साहब या जीटी रोड खडूर चों लंघदी, उत्थे गुरु साहब कोल आया। सिपाहियां ते अहलकारां नूं लैके खडूर पहुंचा। तवारीख गुरु खालसा दे विच जल लखारी लिखता है, जब हमायूं गुरु खडूर साहब पुजा, गुरु जी समाधि जुड़े सी। और महिमा प्रकाश के इतिहासकार भी लिखते हैं कि मल अखाड़ा कोई बच्चियां की कुश्ती देख रहे सी। ये भी कह रहे हैं हमायूं नूं अपना बड़ा नरादर होया, उन्हें तलवार कड्डी ते साहब के नेड़े आए तो साहब ने मुस्कुरा के कहा भी जिथे चलाउणी सी उत्थे दा चली, इहनूं म्यान च पा ला, जद वेला आया फिर चला ली। थक के आई है शेरशाह नाल, फकीरां ते उठाउणा नहीं है धर्म। मतलब गुस्से हो गया भी मेरे वाल। हुमायूं शर्मिंदा होया, न्याज हासिल करके वापस चला गया। तारीखे पंजाब के लिखारी कन्हैया लाल मुताबिक हुमायूं ने बचन सुन के गुरु जी के चरण पकड़े, मिन्नत तरला किया। गुरु जी ने सबर ते जेरे का उपदेश दिता। घटना सन 1540 की साउण के महीने। तो इत्थों अगे चलांगे। तो शुरुआत दे
ਜਿਹੜਾ ਮਾਤਾ ਖੀਵੀ ਜੀ ਦਾ ਤੇ ਖਡੂਰ ਸਾਹਿਬ ਜਿਹੜਾ ਗੁਰੂ ਅੰਗਦ ਪਾਤਸ਼ਾਹ ਜੀ ਦਾ ਬਹੁਤ ਵੱਡਾ ਸਥਾਨ ਹੈ, ਇਹਦੇ ਵਿੱਚ ਹੋਰ ਵੀ ਗੱਲਾਂ ਨੇ। ਇਸ ਜਿਹਾ ਦਾ ਪ੍ਰੋਗਰਾਮ ਆਸ ਹੈ ਕਿ ਪਸੰਦ ਹੋਏਗਾ। ਥੋੜਾ ਜਿਹਾ ਹਟ ਕੇ ਤਾਂ ਹੈ, ਪਰ ਸਾਨੂੰ ਇਤਿਹਾਸ ਅਪ੍ਰੈਲ ਦਾ ਮਹੀਨਾ ਤੇ ਮਈ ਦੇ ਵਿੱਚ 20ਵੀਂ ਸਦੀ ਦੀ ਜਿਹੜੀ ਰਾਜਨੀਤੀ ਆ ਸਿੱਖਾਂ ਦੀ, ਉਸ ਦਾ ਪਹਿਲੇ ਹਫ਼ਤੇ ਜੂਨ ਤੱਕ ਉਹ ਜਿਹੜੀ ਕਿਵੇਂ ਉਹ ਪਹੁੰਚੀ, ਦਿਨ ਕਿਹੋ ਜਿਹੇ, ਇਸ ਦੀ ਵੀ ਗੱਲਬਾਤ ਹੋਏਗੀ। ਰੱਬ ਰਾਖਾ ਤੇ ਕੱਲ ਨੂੰ ਮੁੜਦੇ ਹਾਂ ਫਿਰ 12:30 ਵਜੇ।